ਸਤਨਾਮ। ਧੰਨ ਵਾਹਿਗੁਰੂ ਸਾਹਿਬ ਜੀ। ਦਰਸ਼ਨ ਪਿਆਸੀ ਦਿਨਸ ਰਾਤ, ਚਿਤਵੋ ਅਨ ਦਿਨ ਨੀਤ। ਖੋਲ ਕਪਟ ਗੁਰ ਮੇਲਿਆ, ਨਾਨਕ ਹਰ ਸੰਗ ਮੀਤ। ਸਗਲ ਗੁਣਾ ਕੇ ਦਾਤੇ ਸੁਆਮੀ, ਬਿਨੋ ਸੁਨੋ ਇਕ ਦੀਨਾ। ਦੇਹੋ ਦਰਸ ਨਾਨਕ ਬਲਿਹਾਰੀ, ਜੀਅੜਾ ਬਲ ਬਲ ਕੀਨਾ। ਸੋ ਕਹੋ ਟਲ ਗੁਰ ਸੇਵੀਐ, ਅਹਨਸ ਸਹਿਜ ਸੁਭਾਏ। ਦਰਸ਼ਨ ਪਰਸਿਐ ਗੁਰੂ ਕੈ, ਜਨਮ ਮਰਨ ਦੁਖ ਹੋਵੈ। ਸਿਫਤ ਖਸਮਦੀ, ਨੂਰ ਅਰਸ ਹੋਂ ਕੁਰਸੋਂ। ਤੁਧ ਡਿਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ। ਸੱਜਣ ਸੱਚਾ ਪਾਤਸ਼ਾਹੋ, ਸਿਰ ਸ਼ਾਹਾਂ ਦੈ ਸ਼ਾਹੋ। ਜਿਸ ਪਾਸ ਬੈਠਿਆ ਸੋਹੀਐ, ਸਭਨਾ ਦਾ ਵੇਸਾਹੋ। ਸਤਨਾਮ। ਸ੍ਰੀ ਵਾਹਿਗੁਰੂ ਸਾਹਿਬ ਜੀ। ਸ਼ਲੋਕ ਮਹੱਲਾ ਤੀਜਾ। ਮਨ ਹਠ ਕਿਨੈ ਨ ਪਾਇਓ, ਸਭ ਥੱਕੇ ਕਰਮ ਕਮਾਏ। ਮਨ ਹਠ ਭੇਖ ਕਰ ਭਰਮ ਦੇ, ਦੁਖ ਪਾਇਆ ਦੂਜੈ ਭਾਏ। ਮਨ ਹਠ ਕਿਨੈ ਨ ਪਾਇਓ, ਸਭ ਥੱਕੇ ਕਰਮ ਕਮਾਏ। ਮਨ ਹਠ ਭੇਖ ਕਰ ਭਰਮ ਦੇ, ਦੁਖ ਪਾਇਆ ਦੂਜੈ ਭਾਏ। ਰਿੱਧ ਸਿੱਧ ਸਭ ਮੋਹ ਹੈ, ਨਾਮ ਨ ਵਸੈ ਮਨ ਆਏ। ਗੁਰ ਸੇਵਾ ਤੇ ਮਨ ਨਿਰਮਲ ਹੋਵੈ, ਅਗਿਆਨ ਅੰਧੇਰਾ ਜਾਏ। ਨਾਮ ਰਤਨ ਘਰ ਪ੍ਰਗਟ ਹੋਆ, ਨਾਨਕ ਸਹਿਜ ਸਮਾਏ। ਮਹੱਲਾ ਤੀਜਾ। ਸਬਦੈ ਸਾਧ ਨ ਆਇਓ, ਨਾਮ ਨ ਲਗੋ ਪਿਆਰ। ਰਸਨਾ ਫਿੱਕਾ ਬੋਲਣਾ, ਨਿਤ ਨਿਤ ਹੋਏ ਖੁਆਰ। ਨਾਨਕ ਕਿਰਤ ਪਇਐ ਕਮਾਵਣਾ, ਕੋਇ ਨ ਮੇਟਣ ਹਾਰ। ਪੌੜੀ। ਧੰਨ ਧੰਨ ਸਤਿਪੁਰਖ ਸਤਿਗੁਰੂ ਹਮਾਰਾ, ਜਿਤ ਮਿਲਿਐ ਹਮ ਕੋ ਸ਼ਾਂਤ ਆਈ। ਧੰਨ ਧੰਨ ਸਤਿਪੁਰਖ ਸਤਿਗੁਰੂ ਹਮਾਰਾ, ਜਿਤ ਮਿਲਿਐ ਹਮ ਹਰ ਭਗਤ ਪਾਈ। ਧੰਨ ਧੰਨ ਹਰ ਭਗਤ ਸਤਿਗੁਰੂ ਹਮਾਰਾ, ਜਿਸ ਕੀ ਸੇਵਾ ਤੇ ਹਮ ਹਰ ਨਾਮ ਲਿਵ ਲਾਈ। ਧੰਨ ਧੰਨ ਹਰ ਗਿਆਨੀ ਸਤਿਗੁਰੂ ਹਮਾਰਾ, ਜਿਨ ਵੈਰੀ ਮਿੱਤਰ ਹਮ ਕਉ ਸਭ ਸਮ ਦ੍ਰਿਸ਼ਟ ਦਿਖਾਈ। ਧੰਨ ਧੰਨ ਸਤਿਗੁਰੂ ਮਿੱਤਰ ਹਮਾਰਾ, ਜਿਨ ਹਰ ਨਾਮ ਸਿਓ ਹਮਾਰੀ ਪ੍ਰੀਤ ਬਨਾਈ। ਧੰਨ ਧੰਨ ਹਰ ਗਿਆਨੀ ਸਤਿਗੁਰੂ ਹਮਾਰਾ, ਜਿਨ ਵੈਰੀ ਮਿੱਤਰ ਹਮ ਕਉ ਸਭ ਸਮ ਦ੍ਰਿਸ਼ਟ ਦਿਖਾਈ। ਧੰਨ ਧੰਨ ਸਤਿਗੁਰੂ ਮਿੱਤਰ ਹਮਾਰਾ।
जिन हर नाम स्यों हमारी प्रीत बनाई। वाहिगुरु जी का खालसा वाहिगुरु जी की फतेह। राजान राज सतगुरु ਭਾਨਾਨ ਭਾਨ ਸਤਿਗੁਰੂ ਦੇਵਾਨ ਦੇਵ ਉਪਮਾ ਮਹਾਨ ਸਤਿਗੁਰੂ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਆਪ ਸਭ ਧੰਨ ਧੰਨ ਅਮਰ ਸ਼ਹੀਦ ਸਾਹਿਬਜ਼ਾਦਾ ਬਾਬਾ ਜ਼ੋਰਾਵਰ ਸਿੰਘ ਸਾਹਿਬ ਜੀ, ਧੰਨ ਧੰਨ ਅਮਰ ਸ਼ਹੀਦ ਸਾਹਿਬਜ਼ਾਦਾ ਬਾਬਾ ਫਤਿਹ ਸਿੰਘ ਸਾਹਿਬ ਜੀ ਅਤੇ ਮਹਾਨ ਪਵਿੱਤਰ ਆਤਮਾ ਧੰਨ ਧੰਨ ਮਾਤਾ ਗੁਜਰ ਕੌਰ ਜੀ ਦੇ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਫਤਿਹਗੜ੍ਹ ਸਾਹਿਬ ਵਿਖੇ ਸਤਿਗੁਰੂ ਦੀ ਨਿੱਘੀ ਗੋਦ ਦਾ ਆਨੰਦ ਮਾਣ ਰਹੇ ਹੋ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਅਪਾਰ ਬਖਸ਼ਿਸ਼ ਰਹਿਮਤ ਕਰਕੇ ਇਹ ਸੁਭਾਗੀਆਂ ਘੜੀਆਂ ਬਖਸ਼ੀਆਂ ਹਨ ਜੋ ਆਪ ਸਭ ਨੇ ਗੁਰਬਾਣੀ ਦਾ ਰਸ ਭਿੰਨਾ ਕੀਰਤਨ ਕੀਤਾ ਉਪਰੰਤ ਜੋ ਇਸ ਪਾਵਨ ਪਵਿੱਤਰ ਅਸਥਾਨ ਤੋਂ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਸਾਨੂੰ ਸਾਡੇ ਜੀਵਨ ਦੇ ਵਿੱਚ ਤਬਦੀਲੀ ਲਿਆਉਣ ਦੇ ਵਾਸਤੇ, ਸਾਨੂੰ ਉਪਦੇਸ਼ ਦੇਣ ਦੇ ਵਾਸਤੇ ਜੋ ਪਾਵਨ ਮੁਖਵਾਕ ਉਚਾਰੇ ਹਨ, ਤਿਸ ਦੀ ਵਿਚਾਰ ਕਰਨ ਲਈ ਇਹ ਸਮਾਂ ਬਖਸ਼ਿਆ। ਖਾਲਸਾ ਜੀ, ਕੱਲ ਵੀ ਦਾਸ ਨੇ ਬੇਨਤੀ ਕੀਤੀ ਕਿ ਸੰਸਾਰ ਦੇ ਇਨਸਾਨਾਂ ਦੇ ਵਾਕ ਕਦੇ ਸੁੱਖ ਨਹੀਂ ਦਿੰਦੇ। ਕਿਸੇ ਇਨਸਾਨ ਦੇ ਮੁਖੋਂ ਕੋਈ ਵਾਕ ਨਿਕਲਿਆ ਹੋਏ ਜੀਵਨ ਨਹੀਂ ਬਦਲ ਸਕਦਾ, ਪਰ ਕੇਵਲ ਤੇ ਕੇਵਲ ਧੰਨ ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਐਸੇ ਸੱਚੇ ਪਾਤਸ਼ਾਹ ਸਤਿਗੁਰੂ ਨੇ ਜਿਨ੍ਹਾਂ ਦੇ ਮੁਖਾਰ ਬਿੰਦ ਦੇ ਵਿੱਚੋਂ ਕੋਈ ਵੀ ਵਾਕ ਨਿਕਲਿਆ ਹੋਵੇ ਤੇ ਸੱਚ ਹੈ, ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਵਾ। ਗੁਰਬਾਣੀ ਦੇ ਸ਼ਬਦਾਂ ਦੇ ਨਾਲ ਜਿੱਥੇ ਜੀਵਨ ਵਿੱਚ ਤਬਦੀਲੀ ਆਉਂਦੀ ਤੇ ਗੁਰਬਾਣੀ ਦੀ ਵਿਚਾਰ ਕਰਨ ਵਾਲੇ ਨੂੰ ਆਤਮਿਕ ਸੁੱਖ ਦੀ ਪ੍ਰਾਪਤੀ ਵੀ ਹੁੰਦੀ। ਸੋ ਪਿਆਰ ਵਾਲਿਓ, ਬੜੀ ਭਾਵਨਾ ਦੇ ਨਾਲ ਗੁਰੂ ਦਰਬਾਰ ਵਿੱਚ ਸਜਣਾ ਸਾਹਿਬਜ਼ਾਦਾ ਬਾਬਾ ਜ਼ੋਰਾਵਰ ਸਿੰਘ, ਸਾਹਿਬਜ਼ਾਦਾ ਬਾਬਾ ਫਤਿਹ ਸਿੰਘ ਜੀ ਦੀ ਮੌਜੂਦਗੀ ਨੂੰ ਮਹਿਸੂਸ ਕਰਦੇ ਹੋਏ ਮਨੇ ਬਿਰਤੀਆਂ ਇਕਾਗਰ ਚਿਤ ਕਰਕੇ ਸਭ ਨੇ ਪ੍ਰੇਮ ਸਹਿਤ ਉਚਾਰਨ ਕਰਨਾ ਜੀ। ਸਤਨਾਮ ਸ਼੍ਰੀ ਵਾਹਿਗੁਰੂ ਜੀ, ਸਤਨਾਮ ਸ਼੍ਰੀ ਵਾਹਿਗੁਰੂ ਜੀ। ਸ਼ਲੋਕ ਮਹੱਲਾ ਤੀਜਾ। ਮਨ ਹਠ ਕਿਨੈ ਨ ਪਾਇਓ, ਸਭ ਥੱਕੇ ਕਰਮ ਕਮਾਏ। ਅੱਜ ਦੇ ਪਾਵਨ ਪਵਿੱਤਰ ਮੁਖਵਾਕ ਜੋ ਵਡਹੰਸ ਕੀ ਵਾਰ ਦੇ ਅੰਦਰ 19ਵੀਂ ਸ਼ਲੋਕ ਅਤੇ ਪੌੜੀ ਦੀ ਵਿਚਾਰ ਹੈ। ਖਾਲਸਾ ਜੀ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਗੁਰ ਅਮਰਦਾਸ ਕੀ ਅਕਥ ਕਥਾ ਹੈ। ਏਕ ਜੀ ਕਛ ਕਹੀ ਨ ਜਾਈ, ਸੋਢੀ ਸ੍ਰਿਸ਼ਟ ਸਕਲ ਤਾਰਨ ਕਉ, ਅਬ ਗੁਰ ਰਾਮਦਾਸ ਕਉ ਮਿਲੀ ਬਡਾਈ। ਧੰਨ ਧੰਨ ਸਤਿਗੁਰੂ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਮਹਾਰਾਜ ਅੱਜ ਦੇ ਪਾਵਨ ਪਵਿੱਤਰ ਮੁਖਵਾਕ ਨੂੰ ਆਪਣੀ ਰਸਨਾ ਤੋਂ ਉਚਾਰਨ ਕਰਦੇ ਔਰ ਸਮਝਾਉਂਦੇ ਨੇ ਭਾਈ ਕਿ ਕੇਵਲ ਤੇ ਕੇਵਲ ਮਨ ਦੇ ਹੱਠ ਕਰਕੇ, ਕੇਵਲ ਤੇ ਕੇਵਲ ਬਾਹਰਲੀ ਹੱਠ ਕਰਕੇ ਕਦੇ ਵੀ ਉਸ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦੀ ਪ੍ਰਾਪਤੀ ਨਹੀਂ ਹੁੰਦੀ, ਬਲਕਿ ਆਤਮਾ ਵੀ ਥੱਕ ਜਾਂਦੀ ਤੇ ਸਰੀਰ ਵੀ ਥੱਕ ਜਾਂਦਾ, ਮਨ ਵੀ ਥੱਕ ਜਾਂਦਾ ਤੇ ਤਨ ਵੀ ਥੱਕ ਜਾਂਦਾ। ਜਦੋਂ ਆਪਾਂ ਕੇਵਲ ਤੇ ਕੇਵਲ ਬਾਹਰੀ ਲੋਕ ਵਿਖਾਵੇ ਵਾਸਤੇ ਕੋਈ ਮਨ ਹੱਠ ਕਰਦੇ ਆ, ਕੋਈ ਭੋਜਨ ਛੱਡ ਦਿੰਦਾ, ਕੋਈ ਵਸਤਰ ਪਹਿਨਣੇ ਛੱਡ ਦਿੰਦਾ, ਕੋਈ ਧੂਣੀਆਂ ਤਪਾਉਣ ਲੱਗ ਜਾਂਦਾ, ਤੇ ਸਤਿਗੁਰੂ ਦੀ ਬਾਣੀ ਕਹਿੰਦੀ ਇਸ ਤਰ੍ਹਾਂ ਦੇ ਮਨ ਹੱਠ ਛੱਡ। ਤਨ ਨਾ ਤਪਾਏ ਤਨੂਰ ਜਿਉ, ਕਹਿੰਦੇ ਨੇ ਆਪਣੇ ਤਨ ਨੂੰ ਤੰਦੂਰ ਦੀ ਤਰ੍ਹਾਂ ਬਾਲਣਾ ਛੱਡ, ਹੱਡਾਂ ਨੂੰ ਬਾਲਣ ਦੀ ਤਰ੍ਹਾਂ ਬਾਲਣਾ ਛੱਡ। ਜੇ ਕੁਝ ਕਰਨਾ ਆ ਤੇ ਸਤਿਗੁਰੂ ਪ੍ਰਮਾਤਮਾ ਦੇ ਚਰਨਾਂ ਵਿੱਚ ਸੁਰਤ ਜੋੜ ਕਰਕੇ ਅੰਦਰ ਪੀਰੀ ਸੰਭਾਲ, ਆਪਣੇ ਅੰਦਰ ਉਸ ਅਕਾਲ ਪੁਰਖ ਵਾਹਿਗੁਰੂ ਪ੍ਰਮਾਤਮਾ ਦੇ ਨਾਮ ਦੀ ਸੰਭਾਲ ਕਰ। ਕਿਉਂਕਿ ਜੇ ਕੇਵਲ ਬਾਹਰਲੀ ਮਨ ਹੱਠ ਹੋਏ ਤੇ ਸੱਚ ਹੈ ਇੱਕ ਦਿਨ ਐਸੀ ਥਕਾਵਟ ਹੋਵੇਗੀ ਜਿਹੜੀ ਇਬਾਦਤ ਤੋਂ ਬਿਨਾਂ ਕਦੇ ਦੂਰ ਖਵਾਬ। ਸਾਹਿਬ ਦੇ ਖਵਾਬ ਕੀਤੇ
ਧੰਨ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੇ ਨਾਲ ਭਾਈ ਮਰਦਾਨਾ ਜੀ ਰਬਾਬ ਵਜਾਉਂਦੇ, ਤੇ ਭਾਈ ਵੀਰ ਸਿੰਘ ਜੀ ਲਿਖਦੇ ਨੇ ਕਿ ਸੁਖ ਪਾਲੇ ਵਿੱਚ ਚੜ ਕੇ ਆਇਆ ਇੱਕ ਸ਼ੇਖ ਵਜੀਦ ਸਿਆਣਾ, ਰੁੱਖ ਇੱਕ ਦੇ ਹੇਠਾਂ ਆ ਕੇ ਕੀਤਾ ਉਸ ਟਿਕਾਣਾ। ਕਹਿੰਦੇ ਗੁਰੂ ਨਾਨਕ ਸਾਹਿਬ ਰੁੱਖਾਂ ਦੀ ਛਾਵੇਂ ਸਜੇ ਨੇ, ਤੇ ਇੱਕ ਦੂਸਰੇ ਰੁੱਖ ਦੀ ਛਾਵੇਂ ਇੱਕ ਪਾਲਕੀ ਆਈ। ਪਾਲਕੀ ਨੂੰ 6 ਜਾਣਿਆਂ ਨੇ ਆਪਣੇ ਮੋਢਿਆਂ ਤੇ ਚੱਕਿਆ ਸੀ। ਪਾਲਕੀ ਨੂੰ ਜਦੋਂ ਰੁੱਖ ਦੇ ਹੇਠਾਂ ਉਤਾਰਿਆ ਤੇ ਸਭ ਤੋਂ ਪਹਿਲਾਂ ਉਹਨਾਂ ਸੇਵਾਦਾਰਾਂ ਨੇ ਇੱਕ ਦਰੀ ਵਿਛਾਈ, ਇੱਕ ਚਾਦਰ ਵਿਛਾਈ, ਤੇ ਪਾਲਕੀ ਦੇ ਵਿੱਚੋਂ ਸ਼ੇਖ ਵਜੀਦ ਉਤਰ ਕਰਕੇ ਉਸ ਵਿਛਾਈ ਦੇ ਉੱਤੇ ਸੁਭਾਇਮਾਨ ਹੋ ਗਿਆ। ਇੱਕ ਸੇਵਾਦਾਰ ਪੱਖੀ ਚੱਲਣ ਲੱਗ ਪਿਆ, ਇੱਕ ਸੇਵਾਦਾਰ ਲੱਤਾਂ ਘੁੱਟਣ ਲੱਗ ਪਿਆ, ਕੋਈ ਮੋਢੇ ਘੁੱਟਣ ਲੱਗ ਪਿਆ, ਕੋਈ ਜਲ ਲੈਣ ਲਈ ਦਰਿਆ ਵੱਲ ਦੌੜਿਆ ਜਾਵੇ, ਤੇ ਭਾਈ ਮਰਦਾਨਾ ਜੀ ਸਾਰਾ ਕੁਝ ਤੱਕ ਰਹੇ ਸਨ। ਭਾਈ ਮਰਦਾਨਾ ਜੀ ਹੱਸ ਕੇ ਕਹਿਣ ਲੱਗੇ, ਬਾਬਾ ਇੱਕ ਸਵਾਲ ਹੈ। ਤੇ ਧੰਨ ਬਾਬਾ ਨਾਨਕ ਸਾਹਿਬ ਕਹਿਣ ਲੱਗੇ, ਮਰਦਾਨਿਆ ਕੀ ਸਵਾਲ ਹੈ? ਸਤਿਗੁਰੂ ਗੁਰੂ ਨਾਨਕ ਸਾਹਿਬ ਨੂੰ ਭਾਈ ਮਰਦਾਨਾ ਜੀ ਕਹਿਣ ਲੱਗੇ ਕਿ ਨਾਲੇ ਤੇ ਚੜ ਡੋਲੇ ਆਇਆ, ਫਿਰ ਥਕਾਨ ਸੂ ਹੋਈ। ਕਹਿੰਦੇ ਨਾਲੇ ਤੇ ਪਾਲਕੀ ਤੇ ਚੜ ਕੇ ਆਇਆ ਹੈ, ਜਿਨ੍ਹਾਂ ਨੇ ਮੋਢਿਆਂ ਤੇ ਚੁੱਕਿਆ ਉਹ ਇਹਦੀ ਹਜੇ ਵੀ ਮਾਲਿਸ਼ ਕਰਦੇ ਨੇ, ਪੱਖਾ ਝਲਦੇ ਨੇ, ਜਲ ਲਿਆਉਂਦੇ ਨੇ। ਥਕਾਵਟ ਤੇ ਉਹਨਾਂ ਨੂੰ ਹੋਣੀ ਚਾਹੀਦੀ ਹੈ ਜਿਹੜੇ ਪਾਲਕੀ ਨੂੰ ਮੋਢਿਆਂ ਤੇ ਚੱਕ ਕੇ ਲਿਆਏ, ਇਹਨੂੰ ਥਕਾਵਟ ਕਾਹਦੀ ਹੈ? ਧੰਨ ਬਾਬਾ ਨਾਨਕ ਸਾਹਿਬ ਕਹਿਣ ਲੱਗੇ, ਜਿਹੜੇ ਚੰਗੇ ਕਰਮ ਕਮਾਉਣੇ ਛੱਡ ਦਿੰਦੇ ਨੇ ਮਰਦਾਨਿਆਂ, ਜਿਨ੍ਹਾਂ ਨੇ ਪੂਰਬਲੇ ਕਰਮਾਂ ਦੇ ਵਿੱਚ ਵੀ ਕਦੇ ਜਪ ਨਹੀਂ ਕੀਤਾ, ਗੁਰੂ ਕੀ ਸੇਵਾ ਦਾ ਤਪ ਨਹੀਂ ਕੀਤਾ, ਕੇਵਲ ਰਾਜ ਭਾਗ ਵਾਸਤੇ ਧੂਣੀਆਂ ਤਪਾਈਆਂ, ਉਹਨਾਂ ਨੂੰ ਥਕਾਵਟ ਹੁੰਦੀ ਹੈ। ਜਿਹੜੇ ਇਸ ਜਨਮ ਦੇ ਵਿੱਚ ਵੀ ਸਿਮਰਨ ਨਹੀਂ ਕਰਦੇ, ਇਬਾਦਤ ਨਹੀਂ ਕਰਦੇ, ਬੰਦਗੀ ਨਹੀਂ ਕਰਦੇ, ਉਹਨਾਂ ਨੂੰ ਉਹ ਥਕਾਵਟ ਹੁੰਦੀ ਹੈ ਜਿਹੜੀ ਗੁਰੂ ਸ਼ਬਦ ਤੋਂ ਬਿਨਾਂ ਲੱਥਦੀ ਨਹੀਂ। ਪਿਆਰਿਓ, ਜਿਹੜੇ ਨਿਤਨੇਮੀ ਹੁੰਦੇ ਨੇ ਨਾ, ਅਸਲ ਵਿੱਚ ਨਿਤਨੇਮੀ ਜਿਹੜਾ ਹੋਏਗਾ ਉਹਦੀ ਪਹਿਚਾਣ ਹੋਵੇਗੀ, ਆਲਸੀ ਨਹੀਂ ਹੋਵੇਗਾ, ਦਰਿਦਰੀ ਨਹੀਂ ਹੋਵੇਗਾ। ਕਿਉਂਕਿ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਬਚਨ ਨੇ ਖਾਲਸਾ ਜੀ ਕਿ ਨਾ ਤੇ ਗੁਰੂ ਘਰ ਦੀ ਸੇਵਾ ਕਰਨ ਲੱਗਿਆਂ ਆਲਸ ਕਰਨਾ ਹੀ, ਤੇ ਨਾ ਹੀ ਘਰ ਦੇ ਕੰਮ ਕਰਨ ਲੱਗਿਆਂ ਆਲਸ ਕਰਨਾ ਹੀ। ਸੇਵਾ ਵੀ ਇਸ ਤਰ੍ਹਾਂ ਕਰੀ ਕਿ ਤੇਰੇ ਅੰਦਰ ਸੇਵਾ ਦਾ ਚਾਅ ਹੋਵੇ। ਪੁੱਛ ਕੇ ਸੇਵਾ ਨਾ ਕਰੀ, ਵਿਖਾ ਕੇ ਸੇਵਾ ਨਾ ਕਰੀ। ਕਿਉਂਕਿ ਇੱਕ ਸੱਜਣ ਦਾ ਕਥਨ ਹੈ, ਸੇਵਾ ਕਰੋ ਤੇ ਮੁੱਕਣੀ ਨਹੀਂ, ਨਾ ਕਰੋ ਤੇ ਰੁਕਣੀ ਨਹੀਂ। ਵੀ ਸੇਵਾ ਕਰਾਂਗੇ ਤੇ ਸੇਵਾ ਕਰਨ ਦੀ ਚਾਹ ਹੋਵੇ, ਸੇਵਾ ਦੀ ਤੋਟ ਨਹੀਂ ਆਉਂਦੀ। ਸੇਵਾ ਕਰਨ ਵਾਲਿਆਂ ਨੂੰ ਗੁਰੂ ਘਰ ਵਿੱਚ ਸੇਵਾ ਲੱਭ ਹੀ ਜਾਂਦੀ, ਪਰ ਜਿੰਨੇ ਪਿਆਰਿਓ ਕਰਨੀ ਨਹੀਂ, ਜਿਹੜਾ ਕਵੇ ਕਿ ਮੈਂ ਨਹੀਂ ਸੇਵਾ ਕਰਾਂਗਾ, ਤੇ ਉਹਦੇ ਨਾ ਕਿਤਿਆਂ ਗੁਰੂ ਘਰ ਦੀ ਸੇਵਾ ਰੁਕਦੀ ਵੀ ਨਹੀਂ। ਭਾਵ ਕਦੇ ਵੀ ਮਨ ਦੇ ਵਿੱਚ ਇਸ ਤਰ੍ਹਾਂ ਦਾ ਹੱਠ ਨਾ ਬੰਦਾ ਕਰੇ ਕਿ ਕੇਵਲ ਲੋਕ ਵਿਖਾਵੇ ਵਾਸਤੇ ਤੇ ਕਰਮ ਕਮਾ ਰਿਹਾ, ਪਰ ਅੰਦਰ ਕੋਈ ਇਬਾਦਤ ਨਹੀਂ, ਅੰਦਰ ਕੋਈ ਬੰਦਗੀ ਨਹੀਂ। ਕਿਉਂਕਿ ਪੁਰਾਤਨ ਕਾਲ ਤੋਂ ਹੀ ਇਹ ਭੁਲੇਖਾ ਮਨਾਂ ਦੇ ਵਿੱਚ ਪੈ ਗਿਆ ਕਿ ਜਿਹੜੇ ਧਰਮੀ ਸੱਜਣ ਸਨ ਉਹ ਬਾਹਰਲਾ ਹੱਠ ਤੇ ਬਹੁਤ ਕਰ ਲੈਂਦੇ ਸਨ, ਪਰ ਅੰਦਰੋਂ ਵਿਸ਼ਿਆਂ ਵਿਕਾਰਾਂ ਦਾ ਤਿਆਗ ਕੋਈ ਨਹੀਂ ਸੀ ਹੁੰਦਾ। ਇਸ ਕਰਕੇ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਅੱਗੇ ਵੀ ਉਪਦੇਸ਼ ਕਰਦੇ, ਮਨ ਹੱਠ ਭੇਖ ਕਰ ਭਰਮ ਦੇ, ਦੁੱਖ ਪਾਇਆ ਦੂਜੈ ਭਾਏ। ਕਹਿੰਦੇ ਮਨ ਦੇ ਹੱਠ ਐਸੇ ਕਰ ਲੈਂਦੇ ਕਿ ਬਾਹਰ ਹੀ ਭੇਖ ਬਣਾ ਲੈਂਦੇ ਧਰਮੀਆਂ ਦਾ। ਕੋਈ ਜੋਗੀ ਬਣ ਗਿਆ, ਕੋਈ ਰਿਸ਼ੀ ਬਣ ਗਿਆ, ਕੋਈ ਧੂਣੀਆਂ ਤਪਾਉਣ ਲੱਗ ਪਿਆ, ਕੋਈ ਸਾਧ ਬਣ ਗਿਆ, ਕੋਈ ਕੁਝ ਬਣ ਗਿਆ। ਬਾਹਰੀ ਭੇਖ ਤੇ ਤਾਰਨ ਕਰ ਲਿਆ, ਤਨ ਨੂੰ ਧਰਮੀਆਂ ਵਾਲੇ ਕੱਪੜੇ ਪਵਾ ਦਿੱਤੇ, ਪਰ ਮਨ ਨੂੰ ਹਲੇ ਤੱਕ ਧਰਮੀਆਂ ਵਾਲਾ ਲਿਬਾਸ ਨਹੀਂ ਪਵਾਇਆ। ਤੇ ਮੈਂ ਬੇਨਤੀ ਕਰਾਂ ਖਾਲਸਾ ਜੀ ਕਿ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਵੀ ਇਹੀ ਉਪਦੇਸ਼ ਦਿੱਤਾ, ਸਵਈਆਂ ਦੇ ਵਿੱਚ ਸਰਾਵਗ ਸੁਧ ਸਮੂਹ ਸਿਧਾਨ ਕੇ, ਦੇਖ ਫਿਰਿਓ ਘਰ ਜੋਗ ਜਤੀ ਕੇ, ਸੂਰ ਸੁਰਾਰਦਨ ਸੁਧ ਸੁਧਾਦਿਕ ਸੰਤ ਸਮੂਹ ਅਨੇਕ ਮਤੀ ਕੇ, ਸਾਰੇ ਹੀ ਦੇਸ ਕੋ ਦੇਖ ਰਹਿਓ ਮਤ, ਕਹੂ ਨਾ ਦੇਖਿਤ ਪ੍ਰਾਨਪਤੀ ਕੇ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ, ਮੈਂ ਵੱਖ-ਵੱਖ ਦੇਸ਼ ਦੇਸ਼ਾਂਤਰਾਂ ਦੇ ਮਤ ਵਾਲੇ ਸਾਧੂਆਂ ਕੋਲ ਗਿਆ, ਤੇ ਕਹਿੰਦੇ ਜਦੋਂ ਮੈਂ ਉਹਨਾਂ ਕੋਲ ਬੈਠਿਆ, ਉਹਨਾਂ ਦੇ ਨਾਲ ਵਿਚਾਰ ਚਰਚਾ ਹੋਈ, ਤੇ ਕਹਿੰਦੇ ਹਰ ਇੱਕ ਮਤ ਦਾ ਸਾਧੂ ਆਪੋ ਆਪਣੀ ਮਤ ਦਾ ਢੋਲ ਵਜਾਈ ਜਾਂਦਾ। ਹਰ ਇੱਕ ਬੰਦਾ ਆਪਣੀ ਸੰਪਰਦਾ ਨੂੰ ਉੱਚਾ ਦੱਸੀ ਜਾਂਦਾ, ਆਪਣੇ ਧੜੇ ਨੂੰ ਉੱਚਾ ਦੱਸੀ ਜਾਂਦਾ, ਪਰ ਧੜੇ ਨੂੰ ਸੰਪਰਦਾ ਨੂੰ ਬਣਾਉਣ ਵਾਲੇ ਪ੍ਰਾਨਾਂ ਦੇ ਪਿਆਰੇ ਪ੍ਰਮਾਤਮਾ ਦੀ ਗੱਲ ਕੋਈ ਨਹੀਂ ਕਰਦਾ।
ਸਾਰੇ ਇਹ ਕਹਿੰਦੇ ਮੈਂ ਸਰਮੋਰ ਹਾਂ, ਪਰ ਕੋਈ ਇਹ ਨਹੀਂ ਕਹਿੰਦਾ ਕਿ ਨਾਮ ਸਰੋਮਣ ਸਰਬ ਮੈਂ, ਕਿ ਕੁੱਲ ਕਾਇਨਾਤ ਦੇ ਵਿੱਚ ਜੇ ਕੁਝ ਸ਼੍ਰੋਮਣੀ ਹੈ ਤੇ ਪਰਮਾਤਮਾ ਦਾ ਨਾਮ ਸ਼੍ਰੋਮਣੀ ਹੈ। ਅਸੀਂ ਸਾਰੇ ਉਹਦੇ ਦਾਸ ਹਾਂ। ਵੇਖੋ, ਆਪਾਂ ਕਈ ਵਾਰ ਮੇਰੇ ਮਨ ਵਿੱਚ ਆਉਂਦਾ ਕਿ ਭਾਵੇਂ ਆਪਾਂ ਸਾਰੀ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ 550 ਸਾਲਾ ਵੀ ਮਨਾਇਆ, 551ਵਾਂ ਪ੍ਰਕਾਸ਼ ਪੁਰਬ ਵੀ ਮਨਾਇਆ, ਪਰ ਜੇ ਗੁਰੂ ਨਾਨਕ ਸਾਹਿਬ ਜੀ ਨੂੰ ਤੱਕੀਏ ਤੇ ਜਿਹੜੀ ਨਿਮਰਤਾ, ਜਿਹੜੀ ਗਰੀਬੀ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਹਿਰਦੇ ਅੰਦਰ ਹੈ, ਕਿਤੇ ਸਾਡੇ ਹਿਰਦੇ 'ਚ ਆ ਜਾਵੇ। ਜਪਜੀ ਸਾਹਿਬ ਜੀ ਦੀ ਬਾਣੀ ਦੇ ਦਰਸ਼ਨ ਕਰਦੇ ਆਂ। ਅਸੰਖ ਜਪ ਅਸੰਖ ਭਾਉ ਅਸੰਖ ਪੂਜਾ ਅਸੰਖ ਤਪ ਤਾਉ ਵਾਲੀ ਪੌੜੀ ਖਾਲਸਾ ਜੀ, ਇਹਦੇ ਵਿੱਚ ਗੁਰੂ ਨਾਨਕ ਸਾਹਿਬ ਦਾ ਨਾਮ ਨਹੀਂ, ਕਿਉਂਕਿ ਜਪਣ ਦਾ ਤੇ ਜਪਣ ਵਾਲਿਆਂ ਦਾ ਜ਼ਿਕਰ, ਤੇ ਜਿੱਥੇ ਤੁੱਛ ਪ੍ਰਾਣੀਆਂ ਦਾ, ਮੂਰਖ ਬੁੱਧੀ ਵਾਲਿਆਂ ਦਾ ਜ਼ਿਕਰ, ਅਸੰਖ ਮੂਰਖ ਅੰਧ ਘੋਰ ਅਸੰਖ ਚੋਰ ਹਰਾਮਖੋਰ, ਇਸ ਪੌੜੀ ਦੇ ਵਿੱਚ ਗੁਰੂ ਨਾਨਕ ਸਾਹਿਬ ਨੇ ਜ਼ਿਕਰ ਕੀਤਾ, ਤੇ ਜ਼ਿਕਰ ਵੀ ਕੀਤਾ ਨਾਨਕ ਨੀਚ ਕਹੈ ਵਿਚਾਰ। ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਸਾਨੂੰ ਨੀਵਾਂ ਹੋਣਾ, ਨਿਮਾਣਾ ਹੋਣਾ ਸਿਖਾਇਆ, ਕਿਉਂਕਿ ਜਦੋਂ ਅਸੀਂ ਨਿਮਾਣੇ ਨਹੀਂ ਹੁੰਦੇ, ਆਪਣੀ ਹਸਤੀ ਤੇ ਮਾਣ ਕਰਦੇ ਆਂ। ਤੇ ਸੱਚ ਹੈ, ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਦੁੱਖ ਪਾਇਆ ਦੂਜੈ ਭਾਏ। ਜਦੋਂ ਪਰਮਾਤਮਾ ਦੇ ਦਰ ਦੀ ਭਾਵਨਾ ਮੁੱਕ ਜਾਵੇ, ਬੰਦਾ ਭਰਮ ਭੁਲੇਖਿਆਂ ਵਿੱਚ ਪੈ ਜਾਵੇ, ਫਿਰ ਦੁੱਖ ਹੀ ਪੱਲੇ ਪੈਂਦੇ, ਸੁੱਖ ਨਹੀਂ ਮਿਲਦਾ। ਧੰਨ ਗੁਰੂ ਅਮਰਦਾਸ ਮਹਾਰਾਜ ਬਖਸ਼ਿਸ਼ ਕਰਦੇ ਨੇ, ਰਿੱਧ ਸਿੱਧ ਸਭ ਮੋਹ ਹੈ, ਨਾਮ ਨਾ ਵਸੈ ਮਨ ਆਏ। ਕਹਿੰਦੇ ਸੰਸਾਰ ਦੀਆਂ ਰਿੱਧੀਆਂ ਸਿੱਧੀਆਂ, ਧਨ ਪਦਾਰਥ, ਇਹ ਸੰਸਾਰ ਦੇ ਪਦਾਰਥ ਮੋਹ ਬਣ ਜਾਂਦੇ ਆ, ਕਿਉਂਕਿ ਇਹਨਾਂ ਦੇ ਨਾਲ ਹਿਰਦੇ 'ਚ ਨਾਮ ਨਹੀਂ ਵਸਦਾ। ਪਿਆਰਿਓ, ਧੰਨ ਗੁਰੂ ਅੰਗਦ ਦੇਵ ਸਾਹਿਬ ਜੀ ਦੇ ਦਰਬਾਰ ਵਿੱਚ ਵੀ ਲੰਗਰ ਚੱਲਦਾ, ਲੰਗਰ 'ਚ ਤੋਟ ਨਹੀਂ ਆਉਂਦੀ। ਜੋਗੀ ਸੱਜਣ ਆਏ, ਲੰਗਰ ਛਕਿਆ। ਸਤਿਗੁਰੂ ਗੁਰੂ ਅੰਗਦ ਸਾਹਿਬ ਜੀ ਦੇ ਦਰਬਾਰ ਵਿੱਚ ਲੰਗਰ ਛਕਣ ਤੋਂ ਬਾਅਦ ਸਤਿਗੁਰੂ ਨੂੰ ਕਹਿਣ ਲੱਗੇ, ਦੱਸੋ ਕੀ ਮੰਗਣਾ ਚਾਹੁੰਦੇ ਹੋ? ਰਿੱਧੀਆਂ ਸਿੱਧੀਆਂ ਦੇ ਖਜ਼ਾਨੇ ਦੇ ਦਿਆਂਗੇ, ਅਸਮਾਨ ਹੇਠਾਂ ਧਰਤੀ ਤਾਂ ਚੱਕ ਦਿਆਂਗੇ, ਦੇਸ਼ ਦੇ ਰਾਜੇ ਮਹਾਰਾਜੇ ਘੁਟਨਿਆਂ ਤੇ ਟਿਕਾ ਦਿਆਂਗੇ, ਦੱਸੋ ਕੀ ਮੰਗਣਾ ਚਾਹੁੰਦੇ ਹੋ? ਧੰਨ ਗੁਰੂ ਅੰਗਦ ਸਾਹਿਬ ਜੀ ਦੇ ਨੇਤਰ ਭਿੱਜੇ, ਕਹਿਣ ਲੱਗੇ, ਮੈਨੂੰ ਕੇਵਲ ਤੇ ਕੇਵਲ ਗੁਰੂ ਨਾਨਕ ਸਾਹਿਬ ਦੇ ਘਰ ਦੀ ਗਰੀਬੀ ਚਾਹੀਦੀ। ਸੋ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਕਿ ਬਾਹਰਲੇ ਪਦਾਰਥਾਂ ਦੇ ਮੋਹ ਵਿੱਚ ਨਾ ਪੈ, ਕੇਵਲ ਤੇ ਕੇਵਲ ਜ਼ਿੰਦਗੀ ਦੇ ਗੁਜ਼ਾਰੇ ਵਾਸਤੇ ਇਹਨਾਂ ਦੀ ਵਰਤੋਂ ਕਰ, ਪਰ ਜੇ ਇਹਨਾਂ ਮੋਹ ਵਿੱਚ ਪਿਆ ਤੇ ਨਾਮ ਹਿਰਦੇ 'ਚ ਵਸ ਨਹੀਂ ਸਕਦਾ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪਾਵਨ ਪਾਕ ਬੋਲ ਹਨ ਖਾਲਸਾ ਜੀ, ਕਿ ਆਦ ਭਵਾਨੀ ਈਸਰੀ ਮਾਇਆ ਜਾਕੋ ਨਾਮ, ਇਨ ਬਿਨ ਸਰੈ ਨਾ ਏਕ ਛਿਨ ਪੂਰਨ ਹੋਤ ਨਾ ਕਾਮ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ, ਜਰਾ ਤੱਕੋ ਪਰਮਾਤਮਾ ਦੀ ਇਸ ਕੁਦਰਤ ਨੂੰ, ਕਿ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਨੇ ਜਦੋਂ ਬ੍ਰਹਮੰਡ ਸਾਜਿਆ, ਕੁਦਰਤ ਸਾਜੀ, ਪ੍ਰਿਥਵੀ ਬਣਾਈ, ਇਨਸਾਨ ਸਾਜੇ, ਜੀਵ ਜੰਤੂ ਸਾਜੇ, ਵਨਸਪਤੀ ਸਾਜੀ, ਤਾਂ ਨਾਲੇ ਪਰਮਾਤਮਾ ਨੇ ਮਾਇਆ ਵੀ ਬਣਾ ਦਿੱਤੀ। ਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਐਸੀ ਤਾਕਤ ਹੈ ਪਰਮਾਤਮਾ ਦੀ ਬਣਾਈ ਮਾਇਆ ਵਿੱਚ, ਕਿ ਇਨ ਬਿਨ ਸਰੈ ਨਾ ਏਕ ਛਿਨ, ਕਿ ਉਹਦੀ ਬਣਾਈ ਮਾਇਆ ਤੋਂ ਬਿਨਾ ਬੰਦੇ ਦਾ ਇੱਕ ਛਿਣ ਵੀ ਨਹੀਂ ਸਰਦਾ। ਪੂਰਨ ਹੋਤ ਨਾ ਕਾਮ, ਪਰਮਾਤਮਾ ਦੀ ਬਣਾਈ ਹੋਈ ਮਾਇਆ ਤੋਂ ਬਿਨਾ ਕੋਈ ਕੰਮ ਪੂਰਾ ਨਹੀਂ ਹੁੰਦਾ। ਤੇ ਸਿੱਖਾਂ ਨੇ ਬੇਨਤੀ ਕੀਤੀ, ਸਤਿਗੁਰੂ ਫਿਰ ਤੇ ਮਾਇਆ ਤਾਕਤਵਰ ਹੋ ਗਈ, ਫਿਰ ਤੇ ਮਾਇਆ ਦੀ ਆਰਾਧਨਾ ਕਰਨੀ ਚਾਹੀਦੀ ਹੈ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿਣ ਲੱਗੇ, ਭਲਿਓ ਜਰਾ ਭਾਵਨਾ ਨਾਲ ਤੱਕੋ, ਕਿ ਜੇ ਪਰਮਾਤਮਾ ਦੀ ਬਣਾਈ ਹੋਈ ਕੀਟ ਮਾਤਰ ਮਾਇਆ ਇਤਨੀ ਤਾਕਤਵਰ ਹੈ, ਜੇ ਪਰਮਾਤਮਾ ਦੀ ਬਣਾਈ ਮਾਇਆ ਤੋਂ ਬਿਨਾ ਨਹੀਂ ਸਰਦਾ, ਫਿਰ ਸੱਚ ਹੈ ਕਿ ਪਰਮਾਤਮਾ ਤੋਂ ਵੀ ਬਿਨਾ ਬੰਦਿਆ ਤੇਰਾ ਕਿਸ ਤਰ੍ਹਾਂ ਸਰੇਗਾ। ਇਸ ਕਰਕੇ ਬੰਦੇ ਬੰਦਗੀ ਇਖਤਿਆਰ, ਸਾਹਿਬ ਰੋਸ ਧਰੋ ਕੇ ਪਿਆਰ। ਬੰਦਗੀ ਦੇ ਵੱਲ ਉਦਮ ਕਰ, ਇਬਾਦਤ ਵੱਲ ਉਦਮ ਕਰ, ਕਿਉਂਕਿ ਜਦੋਂ ਇਬਾਦਤ ਬੰਦਗੀ ਦੇ ਰਾਹ ਤੇ, ਸੇਵਾ ਸਿਮਰਨ ਦੇ ਰਾਹ ਤੇ ਤੁਰਾਂਗੇ, ਤਾਂ ਹੀ ਜਾ ਕਰਕੇ ਅੰਦਰ ਦਾ ਅਗਿਆਨਤਾ ਦਾ ਹਨੇਰਾ ਦੂਰ ਹੋਵੇਗਾ, ਜਿਹੜਾ ਮਨ ਹੈ ਉਹ ਨਿਰਮਲ ਹੋਵੇਗਾ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜਰੀਆ ਦੱਸਦੇ, ਰਸਤਾ ਦੱਸਦੇ, ਕਿ ਭਾਈ ਸੱਜਣੋ, ਪਰਮਾਤਮਾ ਦਾ ਨਾਮ ਤਦ ਹੀ ਵਸ ਸਕਦਾ ਜਦੋਂ ਮਨ ਨਿਰਮਲ ਹੋ ਜਾਵੇ। ਤੇ ਪਾਤਸ਼ਾਹ ਨੂੰ ਪੁੱਛਿਆ, ਪਾਤਸ਼ਾਹ ਮਨ ਕਿਵੇਂ ਨਿਰਮਲ ਹੋਵੇ?
ਸਤਿਗੁਰੂ ਕਹਿੰਦੇ ਗੁਰ ਸੇਵਾ ਤੇ ਮਨ ਨਿਰਮਲ ਹੋਵੈ, ਅਗਿਆਨ ਅੰਧੇਰਾ ਜਾਏ। ਕਹਿੰਦੇ ਗੁਰੂ ਦੀ ਸੇਵਾ ਕਰਕੇ ਹੀ ਮਨ ਨਿਰਮਲ ਹੋਵੇਗਾ। ਜਿਹੜਾ ਗੁਰੂ ਦੀ ਸੇਵਾ ਦੇ ਵਿੱਚ ਆਹ ਕਰਕੇ, ਗੁਰੂ ਘਰ ਆਹ ਕਰਕੇ, ਪਿਆਰ ਵਾਲਿਓ, ਗੁਰੂ ਘਰ ਦੇ ਬਰਤਨ ਮਾਂਜੇ, ਗੁਰੂ ਘਰ ਆ ਕਰਕੇ ਝਾੜੂ ਲਾਵੇ, ਪੋਚੇ ਲਾਵੇ। ਮੈਂ ਬੇਨਤੀ ਕਰਾਂ, ਕਰਮ ਕਾਂਡ ਨਹੀਂ, ਵਿਖਾਵੇ ਵਾਸਤੇ ਭਾਂਡੇ ਨਾ ਮਾਂਜੇ, ਵਿਖਾਉਣ ਵਾਸਤੇ ਝਾੜੂ ਨਾ ਫੇਰੇ। ਜਦੋਂ ਭਾਂਡੇ ਮਾਂਜੇ, ਨਾਲ ਭਾਂਡੇ ਵਿੱਚ ਇਹ ਵੇਖੇ ਵੀ ਮਨ ਵੀ ਮਾਂਜਿਆ ਜਾਂਦਾ ਕਿ ਨਹੀਂ। ਬਾਹਰ ਝਾੜੂ ਫੇਰ ਰਿਆਂ, ਮਿੱਟੀ ਦੂਰ ਕਰ ਰਿਆਂ, ਕਿਤੇ ਅੰਦਰ ਦੀ ਧੂੜੀ, ਅੰਦਰ ਦੀ ਮਿੱਟੀ ਵੀ ਦੂਰ ਕੀਤੀ ਹੈ ਕਿ ਨਹੀਂ। ਅੰਦਰ ਵੀ ਝਾੜੂ ਫੇਰਿਆ ਕਿ ਨਹੀਂ, ਅੰਦਰ ਦਾ ਭਾਂਡਾ ਮਾਂਜਿਆ ਕਿ ਨਹੀਂ। ਭਾਂਡਾ ਧੋਏ ਬੈਸ ਧੂਪ ਦੇਵੋ, ਤੋ ਦੂਧੈ ਕੋ ਜਾਵੋ। ਦੂਧ ਕਰਮ ਫੁਨ ਸੁਰਤ ਸਮਾਇਨ, ਹੋਏ ਨਿਰਾਸ ਜਮਾਵੋ। ਅੰਦਰ ਦਾ ਭਾਂਡਾ ਵੀ ਸਾਫ਼ ਹੈ ਕਿ ਨਹੀਂ। ਜਦੋਂ ਵੀ ਸੇਵਾ ਕਰਨ ਵੇਲੇ ਮਨ ਕਰੇ, ਉਦੋਂ ਖਾਲਸਾ ਜੀ ਭਾਵਨਾ ਇਸ ਤਰ੍ਹਾਂ ਹੀ ਹੋਵੇ ਕਿ ਗੁਰੂ ਘਰ ਸੇਵਾ ਕਰਦੇ ਹੋਏ ਵੀ, ਪਿਆਰ ਵਾਲਿਓ, ਰਸਨਾ ਦੇ ਉੱਤੇ ਵਾਹਿਗੁਰੂ ਗੁਰੂ ਮੰਤਰ ਜਾਂ ਮੂਲ ਮੰਤਰ ਦਾ ਅਭਿਆਸ ਚੱਲਦਾ ਰਹੇ। ਸੇਵਾ ਕਰਦੇ ਹੋਏ ਵੀ ਹਿਰਦੇ ਦੇ ਵਿੱਚ ਅੰਤਰ ਗੁਰ ਆਰਾਧਨਾ, ਜਿਹਵਾ ਜਪ ਗੁਰ ਨਾਉ। ਨੇਤਰੀ ਸਤਿਗੁਰ ਪੇਖਣਾ, ਸਰਵਣੀ ਸੁਨਣਾ ਗੁਰ ਨਾਉ। ਅੰਦਰ ਨਾਮ ਦੀ ਕਮਾਈ ਚੱਲਦੀ ਰਹੇ ਤਾਂ ਸੇਵਾ ਕਰਨ ਦਾ ਲਾਭ ਹੈ। ਤੇ ਜੇ ਸੇਵਾ ਦੇ ਨਾਲ ਸਿਮਰਨ ਨਾ ਹੋਇਆ ਤੇ ਸੱਚ ਹੈ, ਫਿਰ ਕਦੇ ਨਾ ਕਦੇ ਰੁੱਖਾਪਨ ਆਈ ਜਾਂਦਾ। ਫਿਰ ਬੰਦਾ ਇਹ ਕਹਿ ਹੀ ਦਿੰਦਾ ਕਿਸੇ ਨਾ ਕਿਸੇ ਨੂੰ, ਤੈਨੂੰ ਪਤਾ ਨਹੀਂ ਕਿੰਨੇ ਸਾਲ ਤੋਂ ਸੇਵਾ ਕਰ ਰਿਹਾ। ਬਸ ਇਹੀ ਚੀਜ਼ ਤੇ ਮਟਾਉਣੀ ਹੈ, ਕਿਉਂਕਿ ਜਦੋਂ ਤੱਕ ਇਹ ਚੀਜ਼ ਮਿਟਦੀ ਨਹੀਂ, ਮਨ ਨਿਰਮਲ ਨਹੀਂ ਹੁੰਦਾ। ਤੇ ਬਾਣੀ ਦਾ ਫਰਮਾਨ ਹੈ, ਜਬ ਹਮ ਹੋਤੇ ਤਬ ਤੂੰ ਨਾਹੀ, ਅਬ ਤੂੰ ਹੀ ਮੈਂ ਨਾਹੀ। ਜਦੋਂ ਤੱਕ ਮੇਰੀ ਹਸਤੀ ਹੈ, ਪ੍ਰਮਾਤਮਾ ਦੀ ਹਸਤੀ ਨਜ਼ਰ ਨਹੀਂ ਆ ਸਕਦੀ, ਜਿਤਨਾ ਮਰਜ਼ੀ ਜ਼ੋਰ ਲਾਈਏ। ਪਰ ਜਿੱਦਣ ਆਪਣੀ ਹਸਤੀ ਮਿਟ ਜਾਵੇ ਤਾਂ ਖਾਲਸਾ ਜੀ ਫਿਰ ਅਵਸਥਾ ਇਹੀ ਬਣਦੀ ਕਿ ਮੈਂ ਨੀਝ ਲਾ ਕੇ ਵੇਖ ਲਿਆ, ਹਰ ਥਾਂ ਤੇਰੀ ਤਸਵੀਰ ਹੈ। ਕਿ ਫਿਰ ਤੇ ਹਰ ਥਾਂ ਜ਼ਰਰੇ ਜ਼ਰਰੇ 'ਚ ਪ੍ਰਮਾਤਮਾ ਨਜ਼ਰ ਆਉਂਦਾ। ਅਕਾਲ ਪੁਰਖ ਵਾਹਿਗੁਰੂ ਪ੍ਰਮਾਤਮਾ ਨਜ਼ਰ ਆਉਂਦਾ। ਇਸ਼ਕ ਦੀ ਜੇ ਪ੍ਰਮਾਤਮਾ ਨਾਲ ਇਸ਼ਕ ਪੈ ਜਾਵੇ। ਤੇ ਇੱਕ ਉਰਦੂ ਦਾ ਵਿਦਵਾਨ ਲਿਖਦਾ, ਜਿਸੇ ਦੇਖਣਾ ਵੀ ਮੁਹਾਲ ਥਾ, ਨਾ ਥਾ ਜਿਸਕਾ ਨਾਮੋ ਨਿਸ਼ਾਨ ਕਹੀਂ, ਹਰੇਕ ਜ਼ਰਰੇ ਮੇਂ ਇਸ਼ਕ ਨੇ ਮੁਝੇ ਜਲਵਾ ਉਸਕਾ ਦਿਖਾ ਦਿਆ। ਕਹਿੰਦੇ ਜਦੋਂ ਪਰਮਾਤਮਾ ਨਜ਼ਰ ਨਹੀਂ ਆਉਂਦਾ, ਜਿਹੜਾ ਪਰਮਾਤਮਾ, ਪਰ ਜਿੱਦਣ ਪਰਮਾਤਮਾ ਨਾਲ ਮੁਹੱਬਤ ਪੈ ਜਾਵੇ, ਪਰਮਾਤਮਾ ਦੇ ਨਾਲ ਪ੍ਰੀਤ ਲੱਗ ਜਾਵੇ, ਫਿਰ ਕਣ ਕਣ ਦੇ ਵਿੱਚੋਂ, ਜ਼ਰਰੇ ਜ਼ਰਰੇ ਵਿੱਚੋਂ ਰੱਬ ਨਜ਼ਰ ਆਉਂਦਾ। ਫਿਰ ਭਗਤ ਨਾਮਦੇਵ ਜੀ ਦੀ ਤਰ੍ਹਾਂ ਜਾਨਵਰਾਂ ਵਿੱਚੋਂ ਵੀ ਰੱਬ ਨਜ਼ਰ ਆਉਂਦਾ। ਫਿਰ ਤੇ ਭਗਤ ਧੰਨੇ ਦੀ ਤਰ੍ਹਾਂ ਪੱਥਰਾਂ 'ਚੋਂ ਵੀ ਰੱਬ ਨਜ਼ਰ ਆਉਂਦਾ। ਪਿਆਰ ਵਾਲਿਓ, ਪਰ ਇਹ ਅਵਸਥਾ ਤਦ ਹੀ ਬਣਦੀ ਜਦੋਂ ਬੰਦਾ ਗੁਰੂ ਘਰ ਆ ਕੇ ਆਪਣਾ ਆਪ ਵੇਚ ਕਰਕੇ, ਆਪਣਾ ਆਪ ਸਮਰਪਿਤ ਕਰਕੇ ਸੇਵਾ ਕਰਦਾ। ਧੰਨ ਗੁਰੂ ਗੋਬਿੰਦ ਸਿੰਘ ਜੀ ਦੇ ਦਰਬਾਰ ਵਿੱਚ ਭਾਈ ਗੌਹਰ ਜੀ ਆਏ, ਅਰਦਾਸ ਕੀਤੀ, ਪਾਤਸ਼ਾਹ ਸਿੱਖੀ ਦੇ ਦਿਓ। ਆਪਾਂ ਤੇ ਸਿੱਖੀ ਸਖੈਲੀ ਬਣਾਤੀ ਨਾ। ਕਕਾਰ ਲੈ ਕੇ, ਬਾਹਰੀ ਭੇਖ ਧਾਰਨ ਕਰਕੇ, ਮੇਰੀ ਤਰ੍ਹਾਂ ਸੋਹਣਾ ਬਾਣਾ ਪਾ ਕੇ ਕਹਿਤਾ ਮੈਂ ਸਿੱਖ ਹਾਂ। ਪਰ ਜੇ ਸਿੱਖੀ ਕਮਾਉਣੀ ਹੋਵੇ, ਭਾਈ ਮੰਝ ਜੀ ਨੂੰ ਪੁੱਛੀਏ। ਸਿੱਖੀ ਕਮਾਉਣੀ ਹੋਵੇ, ਭਾਈ ਸੋਮੇ ਨੂੰ ਪੁੱਛੀਏ, ਜਿਹਨੂੰ ਗੁਰੂ ਨਾਨਕ ਸਾਹਿਬ ਦੇ ਘਰੋਂ ਸ਼ਾਹੀ ਮਿਲੀ, ਉਹ ਸੋਮਾ ਸ਼ਾਹ ਬਣ ਗਿਆ। ਸਿੱਖੀ ਕਮਾਉਣੀ ਹੋਵੇ, ਭਾਈ ਤਾਰੂ ਸਿੰਘ ਨੂੰ ਪੁੱਛੀਏ। ਆਪ ਸਹੈ ਮੈਂ ਨੰਗ ਔਰ ਭੁੱਖ, ਦੇਖ ਨਾ ਸਕੈ ਸਿੰਘਣ ਦੁੱਖ। ਆ ਕੜਾਕੇ ਦੀ ਸਰਦੀਆਂ ਦੇ ਵਿੱਚ ਭੁੱਖਾਂ ਵੀ ਕੱਟਣੀਆਂ, ਆਪ ਤਣ ਤੇ ਕੋਈ ਮੋਟਾ ਵਸਤਰ ਵੀ ਨਾ ਪਾਉਣਾ, ਪਰ ਜੰਗਲਾਂ ਵਿੱਚ ਰਹਿਣ ਵਾਲੇ ਖਾਲਸਿਆਂ ਵਾਸਤੇ ਨਵੇਂ ਵਸਤਰ ਲੈ ਕੇ ਜਾਣੇ। ਸਿੱਖੀ ਕਮਾਉਣੀ ਹੋਵੇ, ਭਾਈ ਮਨੀ ਸਿੰਘ ਨੂੰ, ਬਾਬਾ ਦੀਪ ਸਿੰਘ ਨੂੰ ਪੁੱਛੀਏ। ਸਿੱਖੀ ਪਾ ਲੈਣੀ ਵੱਖਰੀ ਗੱਲ ਹੈ, ਸਿੱਖੀ ਕਮਾ ਲੈਣੀ ਵੱਖਰੀ ਗੱਲ ਹੈ। ਤੇ ਮੈਂ ਬੇਨਤੀ ਕਰਾਂ, ਬਾਣਾ ਪਾ ਲੈਣਾ, ਕਕਾਰ ਪਾ ਲੈਣੇ ਵੀ ਵੱਖਰੀ ਗੱਲ ਹੈ, ਪਰ ਬਾਣਾ ਕਮਾ ਲੈਣਾ, ਕਕਾਰ ਕਮਾ ਲੈਣੇ ਵੱਖਰੀ ਗੱਲ ਹੈ। ਜਿੰਨੇ ਬਾਣਾ ਪਾਇਆ ਹੀ ਆ ਨਾ, ਉਹਦੇ ਅੰਦਰੋਂ ਹਉਮੈ ਝਲਕੂ। ਜਿੰਨੇ ਬਾਣਾ ਕਮਾਇਆ, ਉਹਦੇ ਅੰਦਰੋਂ ਹੀ ਨਿਮਾਣਾਪਣ ਝਲਕੂ। ਭਾਈ ਗੌਹਰ ਜੀ ਆਏ, ਕਿਹਾ ਪਾਤਸ਼ਾਹ ਸਿੱਖੀ ਦੇ ਦਿਓ, ਝੋਲੀ ਦੇ ਵਿੱਚ ਸਿੱਖੀ ਪਾ ਦਿਓ ਗੁਰੂ ਨਾਨਕ ਸਾਹਿਬ ਦੀ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਕਲਗੀਧਰ ਪਾਤਸ਼ਾਹ ਨੇ ਸੇਵਾ ਲਾ ਦਿੱਤੀ। ਪਿਆਰਿਓ, ਗੁਰੂ ਘਰ ਦੇ ਵਿੱਚ ਜੂਠੇ ਬਰਤਨ ਮਾਂਜਦੇ,
ਭਾਂਡੇ ਮਾਂਜਦੇ ਗੁਰੂ ਘਰ ਦੇ ਵਿੱਚ, ਤੇ ਨਾਲ ਨਾਲ ਬਾਣੀ ਦਾ ਜਾਪ ਕਰੀ ਜਾਂਦੇ, ਅਭਿਆਸ ਕਰੀ ਜਾਂਦੇ, ਨੇਤਰਾਂ ਦੇ ਵਿੱਚੋਂ ਨੀਰ ਵਹੀ ਜਾਂਦਾ, ਅਵਸਥਾ ਬਣ ਗਈ। ਸਿੱਖਾਂ ਨੇ ਪੁੱਛਿਆ ਕੀ ਗੱਲ, ਬਰਤਨ ਮਾਂਜਦਾ, ਨੇਤਰਾਂ ਦੇ ਵਿੱਚ ਜਲ ਕਿਹੜੀ ਗੱਲ ਦਾ? ਭਾਈ ਗੋਹਰ ਜੀ ਕਹਿਣ ਲੱਗੇ ਮੈਂ ਕੀ ਕਰਾਂ, ਬਰਤਨ ਬੜੇ ਮਾਂਜ ਚੁੱਕਿਆ, ਬਰਤਨ ਤੇ ਸਾਫ਼ ਹੋ ਜਾਂਦੇ ਨੇ, ਪਰ ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ, ਕਾਲਾ ਹੋਵਾ ਸਿਆਹੋ, ਮਨ ਸਾਫ਼ ਨਹੀਂ ਹੁੰਦਾ, ਮਨ ਨਹੀਂ ਮਾਂਜਿਆ ਜਾ ਰਿਹਾ। ਬਸ ਜਿੱਦਣ ਇਸ ਗੱਲ ਦੀ ਸੋਝੀ ਆ ਜਾਵੇ, ਸਮਝ ਲਓ ਗੁਰੂ ਦੀ ਕਿਰਪਾ ਹੋਣ ਲੱਗ ਪਈ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਅੰਮ੍ਰਿਤ ਭਰੇ ਦ੍ਰਿਸ਼ਟੀ ਜਦੋਂ ਭਾਈ ਗੋਹਰ ਤੇ ਪਈ, ਪਾਤਸ਼ਾਹ ਨੇ ਫਿਰ ਸਿੱਖੀ ਦੀ ਦਾਤ ਦਿੱਤੀ, ਖੰਡੇ ਦੀ ਪੌਲ ਦਿੱਤੀ ਖਾਲਸਾ ਜੀ, ਤੇ ਭਾਈ ਗੋਹਰ ਤੋਂ ਬਣਾ ਦਿੱਤਾ ਪ੍ਰੀਤਮ ਸਿੰਘ। ਪ੍ਰੀਤਮ ਦੀ ਪ੍ਰੀਤ ਜਦੋਂ ਲੱਗੀ ਹਿਰਦੇ ਦੇ ਅੰਦਰ, ਭਾਈ ਗੋਹਰ ਤੋਂ ਪ੍ਰੀਤਮ ਸਿੰਘ ਬਣ ਗਿਆ। ਪਰ ਇੱਕ ਵਾਰ ਪ੍ਰੀਤ ਲਾਉਣੀ ਪੈਣੀ ਆ, ਗੁਰੂ ਨੂੰ ਬਾਂਹ ਪਕੜਾਉਣੀ ਪੈਣੀ ਆ, ਜਪਜੀ ਸਾਹਿਬ ਦਾ ਪਾਠ ਕਰਨਾ ਪੈਣਾ, ਜਾਪ ਸਾਹਿਬ ਨੂੰ ਪੜ੍ਹਨਾ ਪੈਣਾ। ਜਿਹੜਾ 5 ਬਾਣੀਆਂ ਦਾ ਕਨਸੈਪਟ ਹੈ ਖਾਲਸਾ ਜੀ, ਜੇ ਇਹਨਾਂ ਦੇ ਨਾਮ ਦੀ ਵਿਆਖਿਆ ਵਾਲੀ ਜਾਈਏ ਤੇ ਸਾਨੂੰ ਬਾਣੀ ਪੜ੍ਹਨ ਦੀ ਜਾਚ ਆਜੂ, ਸੇਵਾ ਕਰਨ ਦੀ ਜਾਚ ਆਜੂ। ਧੰਨ ਗੁਰੂ ਨਾਨਕ ਸਾਹਿਬ ਜੀ ਨੇ ਜਪਜੀ ਸਾਹਿਬ ਮਹਾਰਾਜ ਜੀ ਦੀ ਬਾਣੀ ਕੈਸੇ ਪਾਕ ਬੋਲ ਜਪ ਜੀ ਸਾਹਿਬ, ਭਾਵੇਂ ਪੁਰਾਤਨ ਸਮੇਂ 'ਚ ਜਪ ਨਿਸ਼ਾਨ ਕਿਹਾ ਗਿਆ, ਅੱਜ ਪ੍ਰਚਲਿਤ ਜਪਜੀ ਸਾਹਿਬ ਹੈ। ਸਤਿਗੁਰੂ ਕਹਿੰਦੇ ਪਰਮਾਤਮਾ ਦੇ ਨਾਮ ਦਾ ਜਪ ਕਰ, ਉਸ ਸਾਹਿਬ ਦਾ ਜਪ ਕਰ। ਕਿੰਨਾ ਕੇ ਚਿਰ ਜਪ ਕਰੀਏ, ਕਿੰਨਾ ਕੇ ਸਮਾਂ ਜਪ ਕਰੀਏ, ਕਿੰਨੀ ਵਾਰ ਜਪ ਕਰੀਏ? ਸਤਿਗੁਰੂ ਕਹਿੰਦੇ ਉਦੋਂ ਤੱਕ ਪਰਮਾਤਮਾ ਦੇ ਨਾਮ ਦਾ ਜਪ ਕਰੀ ਜਾ, ਜਦੋਂ ਤੱਕ ਤੇਰਾ ਕੀਤਾ ਹੋਇਆ ਜਪ ਰੋਮ ਰੋਮ ਦਾ ਜਾਪ ਨਾ ਬਣ ਜਾਵੇ। ਜਾਪ ਸਾਹਿਬ, ਜਦੋਂ ਤੱਕ ਜਪ ਦਾ ਜਾਪ ਨਾ ਬਣ ਜਾਵੇ। ਤੇ ਜਪ ਦਾ ਜਾਪ ਕਦੋਂ ਬਣੇਗਾ? ਰੋਮ ਰੋਮ ਦਾ ਜਾਪ ਕਦੋਂ ਬਣੇਗਾ? ਰੋਮ ਰੋਮ ਵਿੱਚ ਵਾਹਿਗੁਰੂ ਗੁਰਮੰਤਰ ਕਦੋਂ ਦੌੜੇਗਾ? ਸਤਿਗੁਰੂ ਕਹਿੰਦੇ ਤਵ ਪ੍ਰਸਾਦ ਉਦੋਂ ਦੌੜੇਗਾ ਜਦੋਂ ਮੇਰਾ ਨਹੀਂ ਕਹੇਗਾ। ਤਵ ਪ੍ਰਸਾਦ ਤੇਰੀ ਕਿਰਪਾ, ਤੇਰੀ ਬਖਸ਼ਿਸ਼, ਤੇਰੀ ਰਹਿਮਤ। ਤਵ ਪ੍ਰਸਾਦ ਤੋਂ ਭਾਵ ਤੇਰੀ ਕਿਰਪਾ। ਜਿੱਦਣ ਬੰਦੇ ਨੂੰ ਸਮਝ ਆ ਜਾਵੇ ਕਿ ਮੇਰਾ ਕੁਝ ਵੀ ਨਹੀਂ, ਸਾਰਾ ਕੁਝ ਪਰਮਾਤਮਾ ਦੀ ਬਖਸ਼ਿਸ਼ ਦਾ ਸਦਕਾ, ਕਿਰਪਾ ਦਾ ਸਦਕਾ ਵਰਤ ਰਿਹਾ। ਪਰ ਇਹ ਅਵਸਥਾ ਕਿਵੇਂ ਆਵੇ? ਤੇਰੀ ਕਿਰਪਾ ਤੋ ਪ੍ਰਸਾਦ ਦੀ ਭਾਵਨਾ ਕਿਵੇਂ ਆਵੇ? ਕਹਿੰਦੇ ਕਬਿਓ ਬਾਚ ਬੇਨਤੀ ਚੌਪਈ ਸਾਹਿਬ ਅਰਦਾਸ ਕਰ, ਸਾਹਿਬ ਦੇ ਚਰਨਾਂ ਦੇ ਵਿੱਚ ਹਮਰੀ ਕਰੋ ਹਾਥ ਦਾ ਰੱਛਾ, ਪੂਰਨ ਹੋਏ ਚਿੱਤ ਕੀ ਇੱਛਾ। ਮੇਰੇ ਮਨ ਦੀ ਇੱਕ ਇੱਛਾ ਪੂਰੀ ਕਰਦੇ ਪਾਤਸ਼ਾਹ। ਜਦੋਂ ਸਾਡੀ ਰਸਨਾ ਤੇ ਬੋਲ ਆਉਂਦੇ ਤੇ ਸ਼ਾਇਦ ਸੰਸਾਰ ਦੇ ਪਦਾਰਥ ਚੇਤੇ ਆਈ ਜਾਂਦੇ, ਪਰ ਕਲਗੀਧਰ ਜੀ ਨੂੰ ਪੁੱਛਿਆ ਪੂਰਨ ਹੋਏ ਚਿੱਤ ਕੀ ਇੱਛਾ ਕੀ ਹੈ? ਕਹਿੰਦੇ ਤਬ ਚਰਨਨ ਮਨ ਰਹਿ ਹਮਾਰਾ। ਕਹਿੰਦੇ ਤੇਰਿਆਂ ਚਰਨਾਂ ਦੇ ਵਿੱਚ ਸਦਾ ਲਈ ਮੇਰਾ ਮਨ ਲੱਗ ਜਾਵੇ, ਇਹ ਮੇਰੇ ਚਿੱਤ ਦੀ ਇੱਛਾ ਆ। ਤੇ ਸਤਿਗੁਰੂ ਕਹਿੰਦੇ ਜਦੋਂ ਅਰਦਾਸ ਤੋਂ ਬਾਅਦ ਤਬ ਪ੍ਰਸਾਦ ਦੀ ਭਾਵਨਾ ਆਵੇਗੀ, ਕੀਤਾ ਹੋਇਆ ਜਪ ਰੋਮ ਰੋਮ ਦਾ ਜਾਪ ਬਣ ਜਾਵੇਗਾ, ਫਿਰ ਸੱਚ ਹੈ ਜੀਵਨ ਵਿੱਚ ਉਹ ਆਨੰਦ ਮਿਲੇਗਾ। ਜਦੋਂ ਅੰਤਰ ਆਤਮਾ ਵੀ ਕਵੇਗੀ ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਸਤਿਗੁਰਤਾ ਪਾਇਆ ਸਹਿਜ ਸੇਤੀ, ਮਨ ਵਜੀਆਂ ਵਧਾਈਆਂ। ਵਧਾਈਆਂ ਦੇ ਵਾਜੇ ਵੱਜਣਗੇ ਜਿੱਦਣ ਸਤਿਗੁਰੂ ਦੀ ਪ੍ਰਾਪਤੀ ਹੋ ਗਈ, ਸਤਿਗੁਰੂ ਨੂੰ ਮਿਲ ਲਏ। ਕੱਲ ਵੀ ਬੇਨਤੀ ਕੀਤੀ, ਭਾਵੇਂ ਰੋਜ਼ਾਨਾ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਦੇ ਆ, ਪਰ ਮਿਲਣਾ ਕੁਝ ਹੋਰ ਹੈ। ਜਿੱਦਣ ਗੁਰੂ ਗ੍ਰੰਥ ਸਾਹਿਬ ਜੀ ਦੇ ਸਹਿਜ ਪਾਠ ਕਰਾਂਗੇ, ਗੁਰੂ ਦੀ ਬਾਣੀ ਨੂੰ ਸਮਝਾਂਗੇ, ਇੱਧਰ ਉੱਧਰ ਭਟਕਾਂਗੇ ਨਹੀਂ, ਆਲੇ ਦੁਆਲੇ ਨਹੀਂ ਜਾਵਾਂਗੇ। ਜਦੋਂ ਖੁਦ ਗੁਰੂ ਗ੍ਰੰਥ ਸਾਹਿਬ ਨੂੰ ਪਿਤਾ ਜਾਣ ਕਰਕੇ, ਆਪਣਾ ਮਾਈ ਬਾਪ ਜਾਣ ਕਰਕੇ, ਗੁਰੂ ਕੀ ਤਾਬਿਆ ਵਿੱਚ ਬੈਠ ਕਰਕੇ ਸਹਿਜ ਪਾਠ ਦੀ ਆਰੰਭਤਾ ਕਰ ਦਿਆਂਗੇ, ਤੇ ਸੱਚ ਹੈ ਬਾਣੀ ਦੇ ਅਰਥ ਵੀ ਸਮਝ ਵਿੱਚ ਆਉਣਗੇ ਤੇ ਜੀਵਨ ਵਿੱਚ ਤਬਦੀਲੀ ਵੀ ਆਵੇਗੀ। ਪਰ ਬਾਣੀ ਨੂੰ ਸ਼ੁਰੂ ਕਰਨਾ ਪਏਗਾ, ਬਾਣੀ ਦੀ ਵਿਚਾਰ ਕਰਨੀ ਪਵੇਗੀ। ਸਤਿਗੁਰੂ ਦੇ ਤੇ ਮੁਖਵਾਕ ਨੇ, ਆਵੋ ਸਿੱਖ ਸਤਿਗੁਰ ਕੇ ਪਿਆਰੇ ਹੋ, ਗਾਵੋ ਸੱਚੀ ਬਾਣੀ। ਇੱਥੇ ਆ ਕਰਕੇ ਸੱਚੀ ਬਾਣੀ ਗਾਉਣੀ ਪਵੇਗੀ, ਬਾਣੀ ਦੀ ਵਿਚਾਰ ਕਰਨੀ ਪਵੇਗੀ। ਪਿਆਰਿਓ, ਸਤਿਗੁਰੂ ਜੀ ਦੀਆਂ ਸਾਖੀਆਂ, ਸਤਿਗੁਰੂ ਜੀ ਦੇ ਅਸਥਾਨ ਕੇਵਲ ਤੇ ਕੇਵਲ ਇਹੀ ਹੋਕਾ ਦੇਣਗੇ ਕਿ ਭਲਿਆ ਬਾਣੀ ਪੜ੍ਹ। ਇਹ ਬਾਣੀ, ਪਿਆਰ ਵਾਲਿਓ, ਇਸ ਬਾਣੀ ਦੇ ਵਿੱਚ ਹੀ ਇਹ ਬਰਕਤ ਹੈ। ਇਹ ਰੀਠਿਆਂ ਨੂੰ ਵੀ ਮਿੱਠਾ ਕਰ ਦਿੰਦੀ ਹੈ। ਇਹ ਬਾਣੀ ਵਿੱਚ ਹੀ ਇਹ ਬਰਕਤ ਹੈ।
ਇਹ ਸੁੱਕੇ ਹੋਏ ਮਨਾਂ ਨੂੰ ਹਰਾ ਭਰਾ ਕਰ ਦਿੰਦੀ ਹੈ। ਇਹ ਬਾਣੀ ਵਿੱਚ ਇਹ ਬਰਕਤ ਹੈ, ਇਹ ਰੁੱਖੇ ਹੋਏ ਇਨਸਾਨਾਂ ਨੂੰ ਭਗਵਾਨ ਦਾ ਮਿੱਠਾ ਨਾਮ ਦੇ ਦਿੰਦੀ ਹੈ। ਪਰ ਬਾਣੀ ਪੜ੍ਹਨੀ ਪਵੇਗੀ ਇਸ ਤਰ੍ਹਾਂ ਕਿ ਜਿਸ ਤਰ੍ਹਾਂ ਆਪਾਂ ਆਪਣੇ ਮਾਤ ਪਿਤਾ ਦੇ ਨਾਲ ਕੋਈ ਗੱਲ ਕਰਦੇ ਹਾਂ, ਇਸ ਤਰ੍ਹਾਂ ਗੁਰੂ ਨਾਲ ਗੱਲ ਕਰਨੀ ਪਵੇਗੀ। ਗੁਰੂ ਦੇ ਨਾਲ ਬੈਠ ਕਰਕੇ ਸਾਂਝ ਪਾਣੀ ਪਵੇਗੀ, ਅੰਤਰ ਧਿਆਨ ਹੋ ਕਰਕੇ ਗੁਰੂ ਨੂੰ ਆਵਾਜ਼ ਮਾਰਨੀ ਪਵੇਗੀ ਤੇ ਕਹਿਣਾ ਪਵੇਗਾ ਕਿ ਪਾਤਸ਼ਾਹ ਹਮ ਹਰਸਿਓ ਧੜਾ ਕੀਆ, ਮੇਰੀ ਹਰ ਟੇਕ ਮੇਰੀ ਟੇਕ ਤੂੰ ਐ, ਧਰ ਜੀਅਰੇ ਇੱਕ ਟੇਕ ਤੂੰ, ਲਾਹੇ ਬਿਡਾਨੀ ਆਸ। ਨਾਨਕ ਨਾਮ ਧਿਆਈਐ ਕਾਰਜ ਆਵੈ ਰਾਸ, ਕੰਮ ਰਾਸ ਆ ਜਨ ਭਟਕਦੇ ਆ। ਸਤਿਗੁਰੂ ਕਹਿੰਦੇ ਨਾਮ ਧਿਆਇਆ ਕਰ, ਬੰਦਗੀ ਕਰਿਆ ਕਰ, ਸਿਮਰਨ ਕਰਿਆ ਕਰ। ਸਤਿਗੁਰੂ ਕਹਿੰਦੇ ਗੁਰ ਸੇਵਾ ਤੇ ਮਨ ਨਿਰਮਲ ਹੋਵੇ। ਸੇਵਾ ਦਾ ਸਦਕਾ ਮਨ ਨਿਰਮਲ ਹੁੰਦਾ, ਅੰਦਰ ਦਾ ਹਨੇਰਾ ਦੂਰ ਹੋ ਜਾਂਦਾ। ਆਪਾਂ ਨੇਤਰ ਬੰਦ ਕਰਦੇ ਰੋਜ਼ਾਨਾ, ਅੱਖਾਂ ਅੱਗੇ ਕਾਲਾ ਹਨੇਰਾ ਆਉਂਦਾ, ਸਾਨੂੰ ਲੱਗਦਾ ਵੀ ਅੱਖਾਂ ਦੀਆਂ ਪਲਕਾਂ ਬੰਦ ਨੇ ਤਾਂ ਹਨੇਰਾ, ਪਰ ਨਹੀਂ, ਇਹ ਹਨੇਰੇ ਵੀ ਦੂਰ ਹੋ ਜਾਂਦੇ। ਇਹ ਕਾਲਾ ਹਨੇਰਾ ਰੋਜ਼ ਸਾਨੂੰ ਚੇਤੇ ਕਰਾਉਂਦਾ, ਭਲਿਆ ਤੇਰੀ ਆਤਮਾ ਦਾ ਪਰਮਾਤਮਾ ਤੋਂ ਵਿਛੋੜਾ ਪੈ ਚੁੱਕਿਆ, ਤੇਰੇ ਅੰਦਰ ਅਗਿਆਨਤਾ ਦਾ ਹਨੇਰਾ ਪਲਪ ਰਿਹਾ। ਹੁਣ ਉੱਠ ਕੇ ਗੁਰ ਸ਼ਬਦ ਕਮਾ। ਜਦੋਂ ਗੁਰ ਸ਼ਬਦ ਨੂੰ ਕਮਾਵੇਂਗਾ ਫਿਰ ਜੇ ਸੋ ਚੰਦਾ ਉਗਵੇ ਸੂਰਜ ਚੜੇ ਹਜ਼ਾਰ, ਇਤੇ ਚਾਨਣ ਹੋਦਿਆਂ ਗੁਰਬਿਨ ਘੋਰ ਅੰਧਾਰ। ਫਿਰ ਐਸਾ ਪ੍ਰਕਾਸ਼ ਹਿਰਦੇ ਦੇ ਵਿੱਚ ਹੋਵੇਗਾ, ਐਸੀ ਨਾਮ ਦੀ ਜੋਤ ਪ੍ਰਕਾਸ਼ ਹੋਵੇਗੀ ਹਿਰਦੇ ਦੇ ਅੰਦਰ ਕਿ ਹਜ਼ਾਰਾਂ ਹੀ ਚੰਦਰਮਾ ਸੂਰਜਾਂ ਦਾ ਪ੍ਰਕਾਸ਼ ਵੀ ਫਿੱਕਾ ਪੈ ਜਾਵੇਗਾ। ਜਦੋਂ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਹੋਇਆ, ਇਹੀ ਪ੍ਰਕਾਸ਼ ਹੋਇਆ ਸੀ ਕਿ ਸਾਰਿਆਂ ਦੇ ਹਿਰਦੇ ਦੇ ਵਿੱਚੋਂ ਹਨੇਰਾ ਦੂਰ ਹੋਇਆ, ਬਾਹਰਲਾ ਹਨੇਰਾ ਵੀ ਦੂਰ ਹੋਇਆ ਤੇ ਅੰਦਰਲਾ ਹਨੇਰਾ ਵੀ ਦੂਰ ਹੋਇਆ। ਸਤਿਗੁਰੂ ਕਹਿੰਦੇ ਜਦੋਂ ਹਨੇਰਾ ਦੂਰ ਹੋ ਗਿਆ ਤੇ ਨਾਮ ਰਤਨ ਘਰ ਪ੍ਰਗਟ ਹੋਵਾ, ਨਾਨਕ ਸਹਿਜ ਸਮਾਏ। ਅੱਜ ਦੌੜ ਲੱਗੀ ਹੈ ਮਨੁਆ ਦਹਿ ਦਿਸ ਧਾਵ ਦਾ, ਉਹ ਕੈਸੇ ਹਰ ਗੁਣ ਗਾਵੇ। ਮੱਥਾ ਟੇਕਦੇ ਕਾਹਲੀ ਚ, ਨਿਤਨੇਮ ਕਰਦੇ ਕਾਹਲੀ ਚ, ਇਤਿਹਾਸ ਅਸਥਾਨ ਦਰਸ਼ਨ ਕਰਦੇ ਕਾਹਲੀ ਚ। ਪਰ ਪਿਆਰ ਵਾਲਿਓ, ਇੱਕ ਸੱਜਣ ਦੇ ਬੋਲ ਨੇ ਕਿ ਜੇ ਨਿਤਨੇਮ ਵੀ ਦੌੜ ਦੌੜ ਕੇ ਕਰਾਂਗੇ, ਪ੍ਰਾਪਤੀ ਵੀ ਦੌੜ ਦੌੜ ਕੇ ਹੋਏਗੀ। ਤੇ ਜਿੱਦਣ ਨਿਤਨੇਮ ਵੀ ਐ ਟਿਕ ਕੇ ਚੌਂਕੜਾ ਲਾ ਕੇ ਕਰਾਂਗੇ ਤੇ ਫਿਰ ਪ੍ਰਾਪਤੀ ਵੀ ਚੌਂਕੜਾ ਲਾਇਆ ਨੂੰ ਹੀ ਹੋਏਗੀ, ਭੱਜਣਾ ਨਹੀਂ ਪਊਗਾ। ਹਾਲੇ ਦੌੜ ਵਿੱਚ ਆ, ਸਹਿਜ ਅੰਦਰ ਨਹੀਂ। ਪਰ ਜਦੋਂ ਹਨੇਰਾ ਦੂਰ ਹੋ ਗਿਆ, ਹਿਰਦੇ ਦੇ ਵਿੱਚ ਨਾਮ ਰੂਪੀ ਰਤਨ ਪ੍ਰਗਟ ਹੋ ਗਿਆ, ਫਿਰ ਧੰਨ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਸਹਿਜ ਅਵਸਥਾ ਦੇ ਵਿੱਚ ਇਹ ਸਮਾ ਜਾਵੇਗਾ। ਧੰਨ ਗੁਰੂ ਅਮਰਦਾਸ ਮਹਾਰਾਜ ਅੱਗੇ ਬਚਨ ਕਰਦੇ ਨੇ, ਮਹੱਲਾ ਤੀਜਾ। ਸਬਦੈ ਸਾਧ ਨ ਆਇਓ, ਨਾਮ ਨਾ ਲੱਗੋ ਪਿਆਰ। ਕਹਿੰਦੇ ਇਨਸਾਨ ਦੀ ਹਾਲਤ ਇਹ ਬਣ ਜਾਂਦੀ ਕਿ ਜਦੋਂ ਸ਼ਬਦ ਦਾ, ਵਾਹਿਗੁਰੂ ਗੁਰਮੰਤਰ ਦਾ ਅਭਿਆਸ ਨਹੀਂ ਕਰਦਾ, ਸਤਿਗੁਰੂ ਵੱਲੋਂ ਦਿੱਤੇ ਹੋਏ ਸ਼ਬਦ ਨੂੰ ਨਹੀਂ ਕਮਾਉਂਦਾ, ਪਰਮਾਤਮਾ ਦੇ ਨਾਮ ਦੇ ਨਾਲ ਪ੍ਰੇਮ ਨਹੀਂ ਕਰਦਾ, ਮੁਹੱਬਤ ਨਹੀਂ ਕਰਦਾ, ਇਬਾਦਤ ਦੇ ਨਾਲ ਇਹਦਾ ਪ੍ਰੇਮ ਨਹੀਂ ਜੁੜਦਾ, ਫਿਰ ਕਹਿੰਦੇ ਹਾਲਾਤ ਇਹ ਹੋ ਜਾਂਦੇ, ਰਸਨਾ ਫਿੱਕਾ ਬੋਲਣਾ ਨਿਤ ਨਿਤ ਹੋਏ ਖੁਆਰ। ਫਿਰ ਰਸਨਾ ਹਰ ਪਲ ਫਿੱਕਾ ਹੀ ਬੋਲਦੀ ਹੈ, ਰਸਨਾ ਦੇ ਵਿੱਚੋਂ ਮਿੱਠੇ ਬੋਲ ਨਹੀਂ ਹੁੰਦੇ। ਕਿਉਂਕਿ ਜੇ ਸਾਹਿਬ ਦਾ ਨਾਮ ਹਿਰਦੇ ਵਿੱਚ ਵਸਿਆ ਹੋਵੇ, ਫਿਰ ਤੇ ਮਿੱਠ ਬੋਲੜਾ ਜੀ ਹਰ ਸੱਜਣ ਸੁਆਮੀ ਮੋਰਾ, ਫਿਰ ਸਾਹਿਬ ਤੇ ਮਿੱਠਾ ਬੋਲਦਾ। ਤੇ ਪਿਆਰਿਓ, ਮੈਂ ਬੇਨਤੀ ਕਰਾਂ, ਜੇ ਨਿਤਨੇਮ ਕਰਕੇ ਬਾਣੀ ਪੜ੍ਹ ਕੇ ਗੁਰੂ ਘਰ ਸੇਵਾ ਕਰਕੇ ਵੀ ਰਸਨਾ ਤੇ ਮਿੱਠੇ ਬੋਲ ਨਹੀਂ ਨਾ ਆਉਂਦੇ, ਫਿਰ ਹਾਲੇ ਸੇਵਾ ਕੀਤੀ ਨਹੀਂ। ਜੇ ਨਿਤਨੇਮ ਕਰਕੇ ਵੀ ਮੂੰਹ ਤੇ ਰਸਨਾ ਤੇ ਫਿੱਕੇ ਬੋਲ ਚੱਲੇ ਹੀ ਜਾਂਦੇ ਆ, ਕਿਸੇ ਨਾਲ ਮਿੱਠਾ ਬੋਲਣ ਨੂੰ ਦਿਲ ਨਹੀਂ ਕਰਦਾ, ਅੰਦਰ ਰੁੱਖਾ ਪਾਣਾ, ਫਿਰ ਹਾਲੇ ਤੱਕ ਬਾਣੀ ਪੜ੍ਹੀ ਨਹੀਂ। ਕਿਉਂਕਿ ਬਾਣੀ ਵਿੱਚ ਤੇ ਬਰਕਤ ਹੈ। ਮੇਰੇ ਮਾਧਵ ਜੀ, ਸਤ ਸੰਗਤ ਮਿਲੇ ਸੋ ਤਰਿਆ, ਗੁਰ ਪ੍ਰਸਾਦ ਪਰਮ ਪਦ ਪਾਇਆ, ਸੂਕੇ ਕਾਸ਼ ਟਰਿਆ। ਗੁਰੂ ਕੇ ਸਿੱਖ ਦੀ ਰਸਨਾ ਇੰਨੀ ਕਿ ਮਿੱਠੀ ਹੋਵੇ ਕਿ ਕੋਈ ਰਾਹੀ ਜਾਂਦਾ ਹੋਵੇ ਤੇ ਗੁਰੂ ਕੇ ਸਿੱਖ ਦੀ ਰਸਨਾ ਤੋਂ, ਬੋਲਾਂ ਤੋਂ ਪ੍ਰਭਾਵਿਤ ਹੋ ਕੇ ਗੁਰੂ ਦੇ ਨਾਲ ਹੀ ਜੁੜ ਜਾਵੇ। ਭਾਈ ਜੋਧ ਜੀ ਦੇ ਬੋਲ ਮਿੱਠੇ ਸਨ ਤੇ ਭਾਈ ਲਹਿਣਾ ਜੀ ਨੂੰ ਗੁਰੂ ਨਾਨਕ ਸਾਹਿਬ ਨਾਲ ਮਿਲਾਤਾ। ਅੱਜ ਜੇ ਸਾਡੇ ਵੀ ਬੋਲ ਮਿੱਠੇ ਹੋਣਗੇ, ਕੁੱਲ ਕਾਇਨਾਤ ਗੁਰੂ ਨਾਨਕ ਸਾਹਿਬ ਦੇ ਚਰਨਾਂ ਵਿੱਚ ਜੁੜੇਗੀ। ਸੋ ਗੁਰੂ ਕੇ ਸਿੱਖ ਨੂੰ ਵੀ ਭਾਵਨਾ ਉਹੋ ਜਿਹੀ ਬਣਾਉਣੀ ਚਾਹੀਦੀ ਹੈ, ਕਿਤੇ ਇਹ ਨਾ ਹੋਵੇ ਬੁਰੇ ਕਾਮ ਪਾਪ ਕੋਹ ਧਾਵਤ,
ਪਰ ਧਨ ਹਿਰਨ ਕੀ ਆਸਾ, ਪਰ ਤਰੇ ਪਰ ਨਿੰਦਾ ਮਹਿ ਰਚਿਓ, ਨਿਸ ਦਿਨ ਵਿਖੈ ਬਿਲਾਸਾ, ਕੇਵਲ ਬਾਹਰਲੀ ਨਿੰਦਿਆ ਵਿੱਚ ਪੈ ਜਾਵੇ। ਤੇ ਸਤਿਗੁਰੂ ਕਹਿੰਦੇ ਬਾਹਰਲੀ ਨਿੰਦਿਆ ਦੇ ਵਿੱਚ, ਬਾਹਰਲੇ ਫਿੱਕੇ ਬੋਲਾਂ ਵਿੱਚ ਜਦੋਂ ਪੈ ਜਾਵਾਂਗੇ ਤੇ ਅੰਦਰ ਵੀ ਫਿੱਕਾਪਨ ਆ ਜਾਵੇਗਾ। ਧੰਨ ਗੁਰੂ ਅਮਰਦਾਸ ਮਹਾਰਾਜ ਜੀ ਅੱਗੇ ਬਖਸ਼ਿਸ਼ ਕਰਦੇ ਨੇ, ਨਾਨਕ ਕਿਰਤ ਪਇਐ ਕਮਾਵਣਾ, ਕੋਏ ਨਾ ਮੇਟਣ ਹਾਰ। ਕਹਿੰਦੇ ਜੋ ਪੂਰਬਲੇ ਕਰਮ ਹੁੰਦੇ ਆ, ਜੋ ਇਨਸਾਨ ਕਰਮ ਕਮਾਉਂਦਾ, ਸੱਚ ਹੈ ਖਾਲਸਾ ਜੀ, ਉਹੀ ਇਸ ਨੂੰ ਕਮਾਉਣਾ ਪੈਂਦਾ। ਜੋ ਬੀਜਦਾ ਹੈ ਉਹ ਵੱਢਣਾ ਪੈਂਦਾ। ਜੋ ਵੀ ਬੰਦਾ ਬੀਜੇਗਾ ਉਹ ਇਸ ਨੂੰ ਵੱਢਣਾ ਜ਼ਰੂਰ ਪਵੇਗਾ। ਜੇ ਚੰਗੇ ਕਰਮ ਕਮਾਵਾਂਗੇ ਤੇ ਚੰਗੀ ਪ੍ਰਾਪਤੀ ਹੋਵੇਗੀ, ਜੇ ਬੁਰੇ ਕਰਮ ਕਮਾਵਾਂਗੇ ਤੇ ਪ੍ਰਾਪਤੀ ਵੀ ਬੁਰੀ ਹੋਵੇਗੀ। ਸਾਧ ਕਰਮ ਜੇ ਪੁਰਖ ਕਮਾਵੈ, ਨਾਮ ਦੇਵਤਾ ਜਗਤ ਕਹਾਵੈ। ਕੋਕ੍ਰਿਤ ਕਰਮ ਜੇ ਜਗਤ ਮੈਂ ਕਰਹੀ, ਕਹਿੰਦੇ ਨੇ ਜੇ ਚੰਗੇ ਕਰਮ ਕਮਾਏ ਤੇ ਲੋਕੀ ਦੇਵਤਾ, ਸਾਧ, ਸੰਤ ਕਹਿੰਦੇ, ਗੁਰਮੁਖ ਕਹਿੰਦੇ, ਤੇ ਜੇ ਮਾੜੇ ਕਰਮ ਕਮਾਵੇ ਤੇ ਫਿਰ ਦੈਂਤ ਕਹਿੰਦੇ, ਰਾਖਸ਼ ਕਹਿੰਦੇ, ਮਾੜਾ ਕਹਿੰਦੇ, ਭੱਦਾ ਕਹਿੰਦੇ। ਪਰ ਜਿਹੜਾ ਗੁਰੂ ਕੀ ਬਾਣੀ ਪੜ੍ਹਦਾ, ਰੋਜ਼ਾਨਾ ਨਿਤਨੇਮ ਕਰਦਾ, ਉਹ ਕਦੇ ਮਾੜਾ ਕਰਮ ਕਮਾ ਹੀ ਨਹੀਂ ਸਕਦਾ, ਕਿਉਂਕਿ ਉਹਦੇ ਤੇ ਨੇਤਰਾਂ ਨੂੰ ਵੀ ਪਤਾ ਨਾ, ਇਹ ਨੇਤਰੋ ਮੇਰੇ ਹੋ ਹਰ ਤੁਮ ਮਹਿ ਜੋਤ ਧਰੀ, ਹਰ ਬਿਨ ਅਵਰ ਨਾ ਦੇਖੋ ਕੋਈ। ਉਹਦੀ ਰਸਨਾ ਨੂੰ ਵੀ ਪਤਾ, ਇਹ ਰਸਨਾ ਤੂੰ ਅਨਰਸ ਰਾਚ ਰਹੀ, ਤੇਰੀ ਪਿਆਸ ਨਾ ਜਾਏ। ਉਹਦੇ ਸ਼ਰਵਣਾ ਨੂੰ ਵੀ ਪਤਾ, ਇਹ ਸ਼ਰਵਨੋ ਮੇਰੇ ਹੋ ਸਾਚੈ ਸੁਨੈ ਨੋ ਪਠਾਏ। ਜਿਹੜਾ ਗੁਰੂ ਕਾ ਸਿੱਖ ਬਾਣੀ ਪੜ੍ਹਦਾ, ਉਹਦੇ ਸਰੀਰ ਦੇ ਕੱਲੇ ਕੱਲੇ ਅੰਗ ਨੂੰ ਪਤਾ ਮੈਂ ਗੁਰੂ ਕਾ ਹਾਂ, ਤੇ ਕਰਨੀ ਵੀ ਉਹੀ ਕਮਾਉਣੀ ਹੈ ਜਿਹੜੀ ਗੁਰੂ ਨੇ ਦੱਸੀ ਹੈ, ਜੋ ਰਹਿਤ ਗੁਰੂ ਨੇ ਦੱਸੀ ਹੈ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਪੌੜੀ ਦੇ ਵਿੱਚ ਸਤਿਗੁਰੂ ਦੀ ਵਡਿਆਈ ਕਰਦੇ ਔਰ ਬਚਨ ਕਰਦੇ, ਪੌੜੀ ਧੰਨ ਧੰਨ ਸਤਿਪੁਰਖ ਸਤਿਗੁਰੂ ਹਮਾਰਾ, ਜਿਤ ਮਿਲਿਆ ਹਮ ਕਉ ਸ਼ਾਂਤ ਆਈ। ਕਹਿੰਦੇ ਸਾਡਾ ਸਤਿਪੁਰਖ, ਸੱਚਾ ਪੁਰਖ ਧੰਨ ਆ, ਸਾਡਾ ਸੱਚਾ ਗੁਰੂ ਧੰਨ ਆ, ਜਿਸ ਨੂੰ ਮਿਲਿਆ ਸਾਡੇ ਹਿਰਦੇ ਦੇ ਵਿੱਚ ਸ਼ਾਂਤੀ ਆ ਗਈ। ਕਿਉਂਕਿ ਸ਼ਾਂਤੀ ਦੇ ਵਾਸਤੇ, ਮਨ ਦੀ ਬੇਚੈਨੀ ਦੂਰ ਕਰਨ ਵਾਸਤੇ ਬੰਦਾ ਭਟਕਦਾ, ਮਨ ਦੀਆਂ ਚਿੰਤਾਵਾਂ ਤੋਂ ਮੁਕਤ ਹੋਣ ਵਾਸਤੇ ਬੰਦਾ ਭਟਕਦਾ। ਸਤਿਗੁਰੂ ਕਹਿੰਦੇ ਚਿੰਤਾਵਾਂ, ਬੇਚੈਨੀ ਦੂਰ ਹੋ ਜਾਂਦੀ ਜਦੋਂ ਗੁਰੂ ਨੂੰ ਮਿਲ ਪਈਏ। ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਵਡਿਆਈ ਹੈ ਪਿਆਰ ਵਾਲਿਓ। ਜੇ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕੀਤਿਆਂ ਵੀ ਬੇਚੈਨੀ ਦੂਰ ਨਹੀਂ, ਅੰਦਰ ਸ਼ਾਂਤੀ ਨਹੀਂ, ਫਿਰ ਆਪਾਂ ਅੰਦਰ ਝਾਤ ਪਾਈਏ ਕਿ ਹਜੇ ਗੁਰੂ ਨੂੰ ਮਿਲੇ ਨਹੀਂ। ਕਿਉਂਕਿ ਸਤਿਗੁਰੂ ਦੇ ਤੇ ਪਾਕ ਬੋਲ ਨੇ, ਸ਼੍ਰੀ ਹਰਿ ਕ੍ਰਿਸ਼ਨ ਤੇ ਆਈਐ ਜਿਸ ਡਿਠੈ ਸਭ ਦੁੱਖ ਜਾਏ। ਕਿ ਗੁਰੂ ਨੂੰ ਤੇ ਦੇਖ ਦਰਸ਼ਨ ਕੀਤਿਆਂ ਹੀ, ਗੁਰੂ ਨੂੰ ਤੱਕਦਿਆਂ ਹੀ ਸਾਰੇ ਦੁੱਖ ਦੂਰ ਹੋ ਜਾਂਦੇ ਨੇ। ਪਰ ਬੇਨਤੀ ਕਰਾਂ ਕਿ ਗੁਰੂ ਹਰਿਕ੍ਰਿਸ਼ਨ ਸਾਹਿਬ ਅੱਜ ਵੀ ਉਹੀ ਨੇ, ਧੰਨ ਗੁਰੂ ਨਾਨਕ ਸਾਹਿਬ ਅੱਜ ਵੀ ਉਹੀ ਨੇ, ਗੁਰੂ ਗੋਬਿੰਦ ਸਿੰਘ ਮਹਾਰਾਜ ਅੱਜ ਵੀ ਉਹੀ ਨੇ। ਬਲਕਿ ਗੁਰੂ ਨਾਨਕ ਸਾਹਿਬ ਨੇ ਤੇ ਆਪਣੇ ਸੱਚੇ ਗੁਰੂ ਸ਼ਬਦ ਗੁਰੂ ਦੇ ਲੜ ਲਾ ਦਿੱਤਾ। ਤੇ ਖਾਲਸਾ ਜੀ ਜੇ ਅੱਜ ਗੁਰੂ ਦੇ ਦੀਦਾਰੇ ਕੀਤਿਆਂ ਦੁੱਖ ਦੂਰ ਨਹੀਂ ਹੁੰਦੇ, ਫਿਰ ਅੰਦਰ ਝਾਤ ਪਾਈਏ ਕਿ ਸਾਡੇ ਵਿੱਚ ਘਾਟ ਕੀ ਹੈ। ਫਿਰ ਸਹਿਜ ਪਾਠ ਦੀ ਆਰੰਭਤਾ ਕਰੀਏ, ਬਾਣੀ ਪੜ੍ਹਨ ਵੱਲ ਇਸ ਮਨ ਨੂੰ, ਇਸ ਤਨ ਨੂੰ ਤੋਰੀਏ। ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਅੱਗੇ ਬਚਨ ਕਰਦੇ, ਧੰਨ ਧੰਨ ਸਤਿਪੁਰਖ ਸਤਿਗੁਰੂ ਹਮਾਰਾ, ਜਿਤ ਮਿਲਿਆ ਹਮ ਹਰ ਭਗਤ ਪਾਈ। ਕਹਿੰਦੇ ਸਾਡਾ ਸਤਿਪੁਰਖ, ਸਾਡਾ ਸਤਿਗੁਰੂ ਧੰਨ ਹੈ, ਜਿਸ ਦੇ ਮਿਲਾਪ ਸਦਕਾ ਸਾਨੂੰ ਹਰੀ ਦੀ ਭਗਤ ਕਮਾਉਣ ਦੀ ਜਾਚ ਆ ਗਈ, ਸਾਨੂੰ ਭਗਤੀ ਦੀ ਦਾਤ ਮਿਲ ਗਈ, ਸਾਨੂੰ ਬੰਦਗੀ ਦੀ ਦਾਤ ਮਿਲ ਗਈ। ਤੇ ਪਿਆਰ ਵਾਲਿਓ ਅਨਮੋਲ ਬਚਨ ਧੰਨ ਗੁਰੂ ਅਮਰਦਾਸ ਜੀ ਦੇ ਪਾਤਸ਼ਾਹ ਫਰਮਾਨ ਕਰਦੇ, ਧੰਨ ਧੰਨ ਹਰ ਭਗਤ ਸਤਿਗੁਰੂ ਹਮਾਰਾ, ਜਿਸ ਕੀ ਸੇਵਾ ਤੇ ਹਮ ਹਰ ਨਾਮ ਲਿਵ ਲਾਈ। ਵੇਖੋ ਕੈਸੇ ਬਚਨ ਕਿ ਜਦੋਂ ਸਤਿਪੁਰਖ ਨੂੰ, ਸਤਿਗੁਰੂ ਨੂੰ ਧੰਨ ਕਿਹਾ, ਸਤਿਗੁਰੂ ਕਹਿੰਦੇ ਮੇਰਾ ਸਤਿਗੁਰੂ, ਮੇਰਾ ਸਤਿਪੁਰਖ ਧੰਨ ਆ, ਜਿਹਦੇ ਮਿਲਿਆ ਹਿਰਦੇ ਵਿੱਚ ਸ਼ਾਂਤੀ ਆਈ ਹੈ। ਮੇਰਾ ਸਤਿਗੁਰੂ, ਮੇਰਾ ਸਤਿਪੁਰਖ ਧੰਨ ਆ, ਜਿਸ ਦੇ ਮਿਲਾਪ ਸਦਕਾ ਸਾਨੂੰ ਭਗਤੀ ਦੀ ਦਾਤ ਮਿਲੀ ਹੈ। ਤੇ ਪਿਆਰ ਵਾਲਿਓ ਹੁਣ ਜਦੋਂ ਸੁਰਤ ਜੁੜ ਗਈ ਨਾਮ ਦੇ ਵਿੱਚ, ਭਾਵੇਂ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਭਗਤਾਂ ਦੀ ਅਵਸਥਾ ਸਤਿਗੁਰੂ ਨੂੰ ਧੰਨ ਕਰਦੇ, ਪਰ ਸਿੱਖਿਆ ਦਿੰਦੇ ਕਿ ਜਦੋਂ ਮਹਾਰਾਜ ਨੇ ਕਿਹਾ ਹਮ ਹਰ ਨਾਮ ਲਿਵ ਲਾਈ,
ਕਹਿੰਦੇ ਨਾਮ ਦੇ ਨਾਲ ਲਿਵ ਉਦੋਂ ਲੱਗੀ ਜਦੋਂ ਧੰਨ ਧੰਨ ਹਰ ਭਗਤ ਸਤਿਗੁਰੂ ਹਮਾਰਾ, ਜਿਸ ਕੀ ਸੇਵਾ ਤੇ, ਕਹਿੰਦੇ ਫਿਰ ਭਗਤਾਂ ਦੀ ਤੇ ਸਤਿਗੁਰੂ ਦੀ ਸੇਵਾ ਦਾ ਸਦਕਾ ਸਾਡੀ ਨਾਮ ਦੇ ਵਿੱਚ ਲਿਵ ਜੁੜ ਗਈ। ਭਾਵ ਗੁਰਸਿੱਖਾਂ ਦੀ ਸੇਵਾ ਸਦਕਾ। ਆਏ ਮਿਲ ਗੁਰਸਿੱਖ ਆਏ ਮਿਲ, ਤੂੰ ਮੇਰੇ ਗੁਰੂ ਕੇ ਪਿਆਰੇ। ਮੈਂ ਬੇਨਤੀ ਕਰਾਂ ਖਾਲਸਾ ਜੀ, ਇਹ ਗੁਰੂ ਕੇ ਸਿੱਖ ਦਾ ਸੁਭਾਅ ਹੋਵੇ ਕਿ ਗੁਰੂ ਕਾ ਸਿੱਖ ਜਦੋਂ ਦੂਸਰੇ ਗੁਰੂ ਕੇ ਸਿੱਖ ਨੂੰ ਤੱਕੇ ਤੇ ਉਹਨੂੰ ਗੁਰੂ ਚੇਤੇ ਆਵੇ, ਉਹਨੂੰ ਧੜੇ ਭੁੱਲ ਜਾਣ, ਉਹਦੇ ਅੰਦਰੋਂ ਵੈਰ ਵਿਰੋਧ ਮਿਟ ਜਾਵੇ। ਗੁਰੂ ਕੇ ਸਿੱਖ ਨੂੰ ਗੁਰੂ ਦੇ ਵਿੱਚ ਕੇ ਸਿੱਖ ਵਿੱਚੋਂ ਗੁਰੂ ਦੇ ਦੀਦਾਰੇ ਹੋਣ ਲੱਗ ਜਾਣ। ਕਿਉਂਕਿ ਗੁਰਸਿੱਖਾਂ ਦੀ ਸੇਵਾ ਦੇ ਵਿੱਚੋਂ, ਸਤਿਗੁਰਾਂ ਦੀ ਸੇਵਾ ਦੇ ਵਿੱਚੋਂ ਹੀ ਨਾਮ ਦੀ ਦਾਤ ਹਿਰਦੇ ਵਿੱਚ ਵਸੇਗੀ, ਨਾਮ ਦੇ ਵਿੱਚ ਲਿਵ ਜੁੜ ਜਾਵੇਗੀ। ਭਾਈ ਤਾਰੂ ਸਿੰਘ ਹੋਣਾ ਨੇ ਗੁਰਸਿੱਖਾਂ ਦੀ ਸੇਵਾ ਕੀਤੀ, ਰੱਬ ਦੇ ਭਗਤਾਂ ਦੀ ਸੇਵਾ ਕੀਤੀ। ਧੰਨ ਭਾਈ ਮਨੀ ਸਿੰਘ ਜੀ ਨੇ ਰੱਬ ਦੇ ਪਿਆਰਿਆਂ ਦੀ ਸੇਵਾ ਕੀਤੀ, ਸਤਿਗੁਰੂ ਦੀ ਸੇਵਾ ਕੀਤੀ। ਕਿਉਂਕਿ ਹਰ ਜਨ ਦੁਈ ਏਕ ਹੈ, ਬਿਬ ਵਿਚਾਰ ਕਛ ਨਾਹੇ, ਜਲ ਤੇ ਉਪਜ ਤਰੰਗ ਜਿਉ ਜਲ ਹੀ ਬਿਖੈ ਸਮਾਹੇ। ਕਥਤ ਨਾ ਜਾਤ ਦਾਸ ਜਸ ਮੋਹ ਪੇ, ਰਸਨਾ ਇਤੀ ਨਾ ਜਾਤ ਉਚਾਰੋ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਰੱਬ ਦੇ ਪਿਆਰੇ, ਰੱਬ ਦੇ ਭਗਤ ਐਸੀ ਬਰਕਤਾਂ ਦੇ ਮਾਲਕ ਨੇ ਕਿ ਮੈਂ ਵੀ ਉਹਨਾਂ ਦੀ ਵਡਿਆਈ ਬਿਆਨ ਨਹੀਂ ਕਰ ਸਕਦਾ, ਮੈਂ ਵੀ ਉਹਨਾਂ ਦੀ ਉਪਮਾ ਨਹੀਂ ਦੱਸ ਸਕਦਾ ਜਿਹੜੇ ਰੱਬ ਦੀ ਭਗਤੀ ਕਮਾਉਂਦੇ। ਧੰਨ ਗੁਰੂ ਅਮਰਦਾਸ ਮਹਾਰਾਜ ਅੱਗੇ ਬਚਨ ਕਰਦੇ ਨੇ, ਧੰਨ ਧੰਨ ਹਰ ਗਿਆਨੀ ਸਤਿਗੁਰੂ ਹਮਾਰਾ, ਜਿਨ ਵੈਰੀ ਮਿੱਤਰ ਹਮ ਕਉ ਸਭ ਸਮ ਦ੍ਰਿਸ਼ਟ ਦਿਖਾਈ। ਕਹਿੰਦੇ ਸਾਡਾ ਸਤਿਗੁਰੂ ਧੰਨ ਹੈ। ਜਿੱਥੇ ਸਤਿਗੁਰੂ ਨੂੰ ਧੰਨ ਕਹਿ ਰਹੇ ਧੰਨ ਗੁਰੂ ਅਮਰਦਾਸ, ਉੱਥੇ ਸਾਨੂੰ ਦੱਸ ਰਹੇ ਨੇ ਕਿ ਜਿਹੜਾ ਗੁਰੂ ਨੂੰ ਮਿਲ ਪੈਂਦਾ ਉਹਦੀ ਇਹ ਨਿਸ਼ਾਨੀਆਂ ਨੇ। ਉਹਦੇ ਅੰਦਰ ਭਗਤੀ ਵਸ ਜਾਂਦੀ, ਉਹਨੂੰ ਸੇਵਾ ਕਰਨ ਦੀ ਜਾਚ ਆ ਜਾਂਦੀ, ਨਾਮ ਦੇ ਵਿੱਚ ਲਿਵ ਲੱਗ ਜਾਂਦੀ, ਤੇ ਸਭ ਤੋਂ ਵੱਡੀ ਬਾਤ ਸਮ ਦ੍ਰਿਸ਼ਟੀ ਮਿਲ ਜਾਂਦੀ। ਵੈਰੀ ਮਿੱਤਰਾਂ ਦੇ ਵਿੱਚ ਉਹ ਫਰਕ ਨਹੀਂ ਰੱਖਦਾ, ਉਹਨੂੰ ਵੈਰੀ ਵੀ ਆਪਣੇ ਜਾਪਦੇ, ਉਹਨੂੰ ਮਿੱਤਰ ਵੀ ਆਪਣੇ ਜਾਪਦੇ। ਮੈਂ ਬੇਨਤੀ ਕਰਾਂ, ਭਾਈ ਕਨ੍ਹਈਆ ਜੀ ਦਾ ਇਤਿਹਾਸ ਪਿਆਰ ਵਾਲਿਓ ਇਸ ਗੱਲ ਦੀ ਹਾਮੀ ਭਰਦਾ। ਮੈਂ ਨੀਂਹ ਜਲਾ ਕੇ ਵੇਖ ਲਿਆ, ਹਰ ਥਾਂ ਤੇਰੀ ਤਸਵੀਰ। ਤੇ ਮੈਂ ਬੇਨਤੀ ਕਰਾਂ, ਕਈ ਵਾਰ ਨਾ ਅੱਜ ਭੁਲੇਖੇ ਪੈ ਜਾਂਦੇ ਮਨਾਂ ਦੇ ਵਿੱਚ, ਇਨਸਾਨ ਕਿਤੇ ਨਾ ਕਿਤੇ ਕੱਟੜ ਹੋ ਜਾਂਦਾ, ਵੈਰੀ ਵਿਰੋਧ ਦੀ ਭਾਵਨਾ ਮਨ ਵਿੱਚ ਲੈ ਆਉਂਦਾ। ਪਰ ਗੁਰੂ ਕੇ ਸਿੱਖ ਦਾ ਸੁਭਾਅ ਇੱਕ ਡਾਕਟਰ ਦੀ ਤਰ੍ਹਾਂ, ਇੱਕ ਵੈਦ ਦੀ ਤਰ੍ਹਾਂ ਹੋਣਾ ਚਾਹੀਦਾ। ਕਈ ਵਾਰ ਨਾ ਸੱਜਣ ਮਿਲਦੇ, ਉਹਨਾਂ ਨੂੰ ਕਹੀਦਾ ਕਿ ਭਾਈ ਸਾਰਿਆਂ ਨਾਲ ਪ੍ਰੇਮ ਕਰਿਆ ਕਰੋ, ਈਰਖਾ ਵੈਰ ਵਿਰੋਧ ਛੱਡੀਏ। ਤੇ ਉਹ ਕਹਿੰਦੇ ਜੀ ਖਾਲਸੇ ਨੂੰ ਵੀਰ ਰਸ ਵੀ ਮਹਾਰਾਜ ਨੇ ਦਿੱਤਾ। ਪਰ ਮੈਂ ਬੇਨਤੀ ਕਰਾਂ, ਵੀਰ ਰਸ ਦੇ ਵਿੱਚ ਤੇ ਕ੍ਰੋਧ ਵਿੱਚ ਬੜਾ ਫਰਕ ਹੈ। ਵੀਰ ਰਸ ਦੇ ਵਿੱਚ ਤੇ ਵੈਰ ਵਿਰੋਧ ਵਿੱਚ ਬੜਾ ਫਰਕ ਹੈ। ਜਿਹੜਾ ਗੁਰੂ ਕਾ ਤੇ ਗੁਰੂ ਕੇ ਸਿੱਖਾਂ ਦਾ ਵੀਰ ਰਸ, ਤੇ ਇਸ ਤਰ੍ਹਾਂ ਜਦੋਂ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਵੀ ਜੰਗ ਦੇ ਮੈਦਾਨ ਵਿੱਚ ਤੇਗ ਚਲਾਉਂਦੇ ਸਨ, ਇਤਿਹਾਸਕਾਰ ਲਿਖਦੇ ਇਸ ਤਰ੍ਹਾਂ ਚਲਾਉਂਦੇ ਸਨ ਕਿ ਜਿਵੇਂ ਕੋਈ ਉਸਤਾਦ ਆਪਣੇ ਸ਼ਾਗਿਰਦ ਨੂੰ ਤੇਗ ਚਲਾਉਣੀ ਸਿਖਾ ਰਿਹਾ ਹੋਵੇ। ਚੁਣੀ ਨਾ ਬਾਸ਼ਦ ਚੁਣੀ ਬਾਸ਼ਦ, ਕਿ ਉਦੋਂ ਵੀ ਉਹਨਾਂ ਦੇ ਚਿਹਰੇ ਦੇ ਉੱਤੇ ਕ੍ਰੋਧ ਨਹੀਂ ਸੀ ਝਲਕਦਾ, ਚਿਹਰੇ ਤੇ ਮੁਸਕਰਾਹਟ, ਚਿਹਰੇ ਤੇ ਪ੍ਰਤਾਪ ਸੀ। ਜਿਵੇਂ ਇੱਕ ਡਾਕਟਰ ਕੋਲ ਕੋਈ ਬਿਮਾਰ ਸੱਜਣ ਜਾਵੇ, ਉਹ ਪਰਹੇਜ਼ ਦੱਸਦਾ, ਜੇ ਬੰਦਾ ਪਰਹੇਜ਼ ਕਰ ਲਵੇ ਤੇ ਭਲਾ, ਜੇ ਨਾ ਕਰੇ ਦੁਬਾਰਾ ਫਿਰ ਜਾਵੇ, ਡਾਕਟਰ ਗੁੱਸਾ ਨਹੀਂ ਕਰਦਾ, ਕ੍ਰੋਧ ਨਹੀਂ ਕਰਦਾ, ਦਵਾ ਦੇ ਦਿੰਦਾ। ਤੇ ਜੇ ਦਵਾਈ ਵੀ ਨਾ ਖਾਵੇ ਤਾਂ ਵੀ ਵੈਦ ਡਾਕਟਰ ਗੁੱਸਾ ਨਹੀਂ ਕਰਦੇ, ਫਿਰ ਵੀ ਆਪਰੇਸ਼ਨ ਕਰਕੇ ਇਲਾਜ ਕਰ ਦਿੰਦੇ। ਬਸ ਗੁਰੂ ਕੇ ਸਿੱਖ ਦਾ ਸੁਭਾਅ ਵੀ ਇਦਾਂ ਦਾ ਹੋਵੇ, ਜੇ ਸਾਹਮਣੇ ਕੋਈ ਕੋੜਾ ਬੋਲਦਾ ਤੇ ਹਰ ਪ੍ਰੇਮ ਬਾਣੀ ਮਨ ਮਾਰਿਆ, ਅਣਿਆਲੇ ਅਣੀਆਂ ਰਾਮ ਰਾਜੇ, ਪ੍ਰੇਮ ਦਾ ਬਾਣ ਸੱਟੇ। ਜਿਹੜਾ ਬਾਣ ਧੰਨ ਗੁਰੂ ਨਾਨਕ ਸਾਹਿਬ ਨੇ ਕੋਡੇ ਰਾਖਸ਼ ਵੱਲ ਸੱਟਿਆ, ਜਿਹੜਾ ਬਾਣ ਸੱਜਣ ਠੱਗ ਵੱਲ ਸੱਟਿਆ, ਜਿਹੜਾ ਬਾਣ ਭੂਮੀਏ ਚੋਰ ਵੱਲ ਸੱਟਿਆ, ਜਿਹੜਾ ਬਾਣ ਸਤਿਗੁਰੂ ਨੇ ਹੰਕਾਰੀ ਜੋਗੀਆਂ ਵੱਲ, ਪੰਡਤਾਂ ਵੱਲ ਸੱਟਿਆ, ਉਹ ਪ੍ਰੇਮ ਦਾ ਬਾਣ ਸਾਨੂੰ ਖਿੱਚਣ ਦੀ ਜਾਚ ਆ ਜਾਵੇ। ਧੰਨ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਸਤਿਗੁਰੂ ਧੰਨ ਹੈ, ਤੇ ਸਾਨੂੰ ਦੱਸਦੇ ਸਤਿਗੁਰੂ ਨੂੰ ਮਿਲਣ ਦੀਆਂ ਨਿਸ਼ਾਨੀਆਂ ਕਿ ਸਤਿਗੁਰੂ ਨੂੰ ਮਿਲਿਆ, ਸਤਿਗੁਰੂ ਦੀ ਹਜ਼ੂਰੀ ਵਿੱਚ ਜਾਇਆ, ਵੈਰੀ ਮਿੱਤਰਾਂ ਦੇ ਪ੍ਰਤੀ ਸਮਦ੍ਰਿਸ਼ਟੀ ਆ ਜਾਂਦੀ। ਔਰ ਅੱਗੇ ਬਚਨ ਕਰਦੇ, ਧੰਨ ਧੰਨ ਸਤਿਗੁਰੂ ਮਿੱਤਰ ਹਮਾਰਾ। ਜਦੋਂ ਵੈਰੀ ਮਿੱਤਰ ਇੱਕੋ ਜਿਹੇ ਜਾਪਣ, ਉਦੋਂ ਫਿਰ ਸਤਿਗੁਰੂ ਮਿੱਤਰ ਬਣ ਜਾਂਦਾ। ਕਬੀਰ ਸਭ ਤੇ ਹਮ ਬੁਰੇ, ਹਮ ਤਜ ਭਲੋ ਸਭ ਕੋਏ,
ਜਿਨ ਐਸਾ ਕਰ ਬੂਝਿਆ ਮੀਤ ਹਮਾਰਾ ਸੋਏ। ਜਿਹੜਾ ਆਪਣੇ ਆਪ ਨੂੰ ਸਭ ਤੋਂ ਵੱਧ ਬੁਰਾ ਸਮਝੇ, ਦੂਜਿਆਂ ਨੂੰ ਚੰਗਾ ਗਿਣੇ, ਕਹਿੰਦੇ ਨੇ ਸਾਡਾ ਮਿੱਤਰ ਤੇ ਉਹੀ ਹੈ। ਭਗਤ ਕਬੀਰ ਜੀ ਉਹਦੇ ਮਿੱਤਰ, ਸਤਿਗੁਰੂ ਉਹਦੇ ਮਿੱਤਰ ਨੇ। ਧੰਨ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਸਤਿਗੁਰੂ ਮਿੱਤਰ ਬਣ ਜਾਂਦਾ ਜਦੋਂ ਵੈਰੀ ਮਿੱਤਰ ਇੱਕੋ ਜਿਹੇ ਜਾਪਣ। ਧੰਨ ਧੰਨ ਸਤਿਗੁਰੂ ਮਿੱਤਰ ਹਮਾਰਾ, ਜਿਨ ਹਰ ਨਾਮ ਸਿਉ ਹਮਾਰੀ ਪ੍ਰੀਤ ਬਣਾਈ। ਕਹਿੰਦੇ ਮੇਰਾ ਇਹ ਮਿੱਤਰ, ਮੇਰਾ ਸਤਿਗੁਰੂ ਧੰਨ ਆ ਜਿਨੇ ਮੈਨੂੰ ਦੱਸ ਦਿੱਤਾ ਕਿ ਰੱਬ ਦੇ ਨਾਮ ਦੇ ਨਾਲ ਪ੍ਰੀਤ ਕਿੱਦਾਂ ਪੈਂਦੀ, ਰੱਬ ਦੇ ਨਾਮ ਦੇ ਨਾਲ ਪ੍ਰੇਮ ਕਿੱਦਾਂ ਪੈਂਦਾ, ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦੇ ਚਰਨਾਂ ਨੂੰ ਗਲਵਕੜੀ ਕਿਸ ਤਰ੍ਹਾਂ ਪਾਈ ਜਾਂਦੀ। ਸੋ ਅੱਜ ਦੇ ਮੁਖਵਾਕ ਦੇ ਵਿੱਚ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ, ਭਾਈ ਸੱਜਣੋ ਰੱਬ ਦੀ ਬੰਦਗੀ ਵਿੱਚ, ਇਬਾਦਤ ਵਿੱਚ ਜੁੜਨ ਦਾ ਯਤਨ ਕਰੀਏ। ਬਾਹਰਲੇ ਕਰਮ ਕਾਂਡ ਛੱਡ ਕਰਕੇ ਅੰਦਰ ਗੁਰੂ ਨਾਨਕ ਸਾਹਿਬ ਦੀ ਸਿੱਖੀ ਨੂੰ ਕਮਾਈਏ, ਗਰੀਬੀ ਨੂੰ ਧਾਰਨ ਕਰੀਏ। ਸੋ ਖਾਲਸਾ ਜੀ ਆਪ ਸਭ ਸੰਗਤਾਂ ਦਾ ਔਰ ਰੋਮ ਰੋਮ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਧੰਨਵਾਦ, ਜਿਨ੍ਹਾਂ 2 ਦਿਨ ਵਾਸਤੇ ਆਪ ਸਭ ਸੰਗਤਾਂ ਦੇ ਚਰਨ ਪਰਸਨ ਦੇ ਲਈ ਇਹ ਸੁਭਾਗੀਆਂ ਘੜੀਆਂ ਬਖਸ਼ੀਆਂ। ਬੋਲਦਿਆਂ ਵਿਚਾਰ ਕਰਦਿਆਂ ਅਨੇਕਾਂ ਭੁੱਲਾਂ ਹੋਈਆਂ, ਆਪ ਜੀ ਨੇ ਬਖਸ਼ ਦੇਣਾ। ਧੰਨ ਧੰਨ ਬਾਬਾ ਜ਼ੋਰਾਵਰ ਸਿੰਘ ਜੀ, ਧੰਨ ਧੰਨ ਬਾਬਾ ਫਤਿਹ ਸਿੰਘ ਸਾਹਿਬ ਜੀ, ਜਿਨ੍ਹਾਂ ਨੇ ਆਪਣੇ ਪਾਵਨ ਪਵਿੱਤਰ ਅਸਥਾਨਾਂ ਤੇ ਹਾਜ਼ਰੀਆਂ ਭਰਵਾਈਆਂ। ਸਿੰਘ ਸਾਹਿਬ ਗਿਆਨੀ ਹਰਪਾਲ ਸਿੰਘ ਜੀ, ਮੁੱਖ ਗ੍ਰੰਥੀ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ, ਸਿੰਘ ਸਾਹਿਬ ਜੀ ਦਾ ਧੰਨਵਾਦ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਧੰਨਵਾਦ। ਆਓ ਅਖੀਰਲੀਆਂ ਪੰਕਤੀਆਂ ਸਰਵਣ ਕਰਕੇ ਖਿਮਾ ਦੇ ਜਾਚਕ ਹੋਈਏ ਜੀ। ਧੰਨ ਧੰਨ ਹਰ ਗਿਆਨੀ ਸਤਿਗੁਰੂ ਹਮਾਰਾ, ਜਿਨ ਵੈਰੀ ਮਿੱਤਰ ਹਮ ਕਉ ਸਭ ਸਮ ਦ੍ਰਿਸ਼ਟ ਦਿਖਾਈ। ਧੰਨ ਧੰਨ ਸਤਿਗੁਰੂ ਮਿੱਤਰ ਹਮਾਰਾ, ਜਿਨ ਹਰ ਨਾਮ ਸਿਉ ਹਮਾਰੀ ਪ੍ਰੀਤ ਬਣਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।